ਬਾਰੀ। ਸਦ ਬਖਸ਼ਿੰਦ ਸਦਾ ਮਿਹਰਵਾਨਾ, ਸਭਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਛੈ ਪਰਿਓ, ਰਾਖ ਲਿਓ ਏ ਬਾਰੀ। ਨਾਨਕ ਦਾਸ ਸੰਤ ਪਾਛੈ ਪਰਿਓ, ਰਾਖ ਲਿਓ ਏ ਬਾਰੀ। ਸੁਕੋ ਟਲ ਗੁਰ ਸੇਵੀ, ਅਹਨਿਸ ਸਹਿਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਮਦੀ, ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਘਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਘਟੀਐ। ਮਾਰੂ ਮਹਲਾ ਪਹਿਲਾ। ਲਾਲੇ ਗਰਭ ਛੋੜਿਆ, ਗੁਰ ਕੈ ਪੈ ਸਹਿਜ ਸੁਭਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਆਪ ਸੰਗਤ ਨੇ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਦਰਬਾਰ ਦੀ ਹਾਜ਼ਰੀ ਭਰੀ ਹੈ। ਸਤਿਗੁਰਾਂ ਦੀ ਗੁਰਬਾਣੀ ਦੇ ਰਸ ਭਿੰਨੇ ਕੀਰਤਨ, ਆਸਾ ਦੀ ਵਾਰ, ਪਵਿੱਤਰ ਬਾਣੀ ਮਹਾਰਾਜ ਸਾਹਿਬ ਜੀਆਂ ਦੀ। ਉਸ ਤੋਂ ਪਹਿਲਾਂ ਨਿਤਨੇਮ ਦੀਆਂ ਬਾਣੀਆਂ ਦੀ ਦਾਤ ਆਪ ਸੰਗਤਾਂ ਨੇ ਸਰਵਣ ਕੀਤੀ ਹੈ। ਇਸ ਵੇਲੇ ਸਤਿਗੁਰੂ ਕਿਰਪਾ ਕਰ ਰਹੇ ਨੇ, ਗੁਰਬਾਣੀ ਦੀ ਕਥਾ ਦੀ ਦਾਤ ਦੇ ਨਾਲ ਸਾਨੂੰ ਨਿਹਾਲ ਕਰ ਰਹੇ ਨੇ। ਸਤਿਗੁਰਾਂ ਦੇ ਬਚਨ ਨੇ, ਕਿਨਕਾ ਏਕ ਜਿਸ ਜੀ ਵਸਾਵੈ ਤਾਕੀ ਮਹਿਮਾ। ਇਹ ਨਾਮ ਦਾ ਕਿਨਕਾ ਹੀ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕਰ ਦਿੱਤਾ। ਉਸ ਦੀ ਮਹਿਮਾ ਵਰਣਨ ਨਹੀਂ ਕੀਤੀ ਜਾ ਸਕਦੀ ਹੈ। ਸੋ ਆਓ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਸਰਵਨ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਸਾਹਿਬ ਜੀ। ਮਾਰੂ ਮਹਲਾ ਪਹਿਲਾ। ਮਾਰੂ ਰਾਗ ਹੈ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਇਹ ਪਵਿੱਤਰ ਸ਼ਬਦ ਜੋ ਹੈ 1011 ਅੰਗ ਦੇ ਉੱਪਰ ਪਾਤਸ਼ਾਹ ਬਖਸ਼ਿਸ਼ ਕਰਦੇ ਹਨ। ਲਾਲੇ ਗਰਭ ਛੋੜਿਆ, ਗੁਰ ਕੈ ਪੈ ਸਹਿਜ ਸੁਭਾਈ। ਸਤਿਗੁਰੂ ਬਚਨ ਬਖਸ਼ਿਸ਼ ਕਰਦੇ। ਲਾਲੇ ਨਾਮ ਦਾਸ ਦਾ ਹੈ। ਮਹਾਰਾਜ ਕਹਿਣ ਲੱਗੇ, ਭਾਈ ਜਿਹੜਾ ਦਾਸ ਬਣਿਆ ਨਾ, ਉਸਨੇ ਹੰਕਾਰ ਛੱਡ ਦਿੱਤਾ ਹੈ। ਦਾਸ ਉਹ ਬਣ ਸਕਦਾ ਹੈ ਜਿਹਨੇ ਹੰਕਾਰ ਛੱਡਿਆ ਹੈ। ਜਿੰਨਾ ਚਿਰ ਹੰਕਾਰ ਹੈ, ਹਮ ਕੀਆ ਹਮ ਕਰਾਂਗੇ ਹਮ ਮੂਰਖ ਗਾਵਾਰ। ਮੈਂ ਕੀਤਾ ਹੈ, ਮੈਂ ਕਰਾਂਗਾ, ਇਹ ਮੂਰਖਾਂ ਵਾਲੇ ਬਚਨ ਨੇ। ਜਿਹੜਾ ਦਾਸ ਬਣਿਆ ਹੈ, ਹੰਕਾਰ ਛੱਡਿਆ ਜਿਸ ਨੇ, ਉਹ ਦਾਸ ਹੈ। ਮਹਾਰਾਜ ਕਹਿਣ ਲੱਗੇ ਲਾਲੇ ਗਰਭ ਛੋੜਿਆ। ਲਾਲੇ ਕਹੀਏ ਦਾਸ ਨੇ, ਹੰਕਾਰ ਛੱਡ ਦਿੱਤਾ ਹੈ। ਗੁਰ ਕੈ ਭੈ। ਮਹਾਰਾਜ ਹੰਕਾਰ ਛੱਡਿਆ ਕਿਵੇਂ? ਸਾਨੂੰ ਵਿਧੀ ਦੱਸ ਦਿਓ। ਪਾਤਸ਼ਾਹ ਕਹਿੰਦੇ ਵਿਧੀ ਇਹ ਹੈ ਵੀ ਗੁਰੂ ਦੇ ਭੈ ਵਿੱਚ ਰਹਿਣਾ, ਗੁਰੂ ਦੇ ਡਰ ਵਿੱਚ ਰਹਿਣਾ। ਸਦ ਸੁਣਦਾ, ਸਦ ਵੇਖਦਾ, ਇਹ ਭੈ ਹੈ ਕਿ ਮੈਨੂੰ ਪਰਮਾਤਮਾ ਵੇਖਦਾ ਹੈ, ਮੈਨੂੰ ਗੁਰੂ ਵੇਖਦਾ ਪਿਆ ਹੈ। ਮੇਰਾ ਕਿਹਾ ਹੋਇਆ ਬਚਨ ਗੁਰੂ ਸੁਣਦਾ ਹੈ, ਇਹ ਭੈ ਹੈ। ਜਿਨ੍ਹਾਂ ਨੇ ਇਹ ਭੈ ਰੱਖਿਆ ਨਾ, ਸਦ ਸੁਣਦਾ, ਸਦ ਵੇਖਦਾ। ਪਾਤਸ਼ਾਹ ਕਹਿੰਦੇ ਹੰਕਾਰ ਵੀ ਉਹਨਾਂ ਦਾ ਹੀ ਟੁੱਟਾ ਹੈ, ਹੰਕਾਰ ਵੀ ਉਹਨਾਂ ਦਾ ਹੀ ਦੂਰ ਹੋਇਆ ਹੈ। ਅਤੇ ਸਹਿਜ ਸੁਭਾਏ, ਸ਼ਾਂਤੀ ਵਾਲਾ ਸੁਭਾਅ ਪ੍ਰਾਪਤ ਹੋ ਗਿਆ।
ਸ਼ਾਂਤੀ ਲੱਭਣ ਵਾਸਤੇ ਦੁਨੀਆ ਭੱਜੀ ਫਿਰਦੀ ਹੈ। ਕੋਈ ਪਹਾੜਾਂ ਨੂੰ ਚਲੇ ਗਿਆ, ਕੋਈ ਦੇਸ਼ ਵਿਦੇਸ਼ ਦੇ ਅੰਦਰ ਚਲੇ ਗਿਆ, ਕੋਈ ਸਮੁੰਦਰਾਂ ਦੇ ਕਿਨਾਰੇ 'ਤੇ ਬੈਠ ਗਿਆ ਹੈ। ਨਹਾਤ ਫਿਰੇ ਫਿਰਿਓ ਲੀਏ ਸਾਤ ਸਮੁੰਦਰਨ, ਮਹਾਰਾਜ ਨੇ ਲਿਖਿਆ ਨਾ, ਕੋਈ ਸਮੁੰਦਰਾਂ ਦੇ ਕਿਨਾਰੇ ਬੈਠਾ ਜਾ ਕੇ ਇਸ਼ਨਾਨ ਕਰਦਾ ਪਿਆ। ਸ਼ਾਂਤੀ ਨਹੀਂ ਕਿਤੇੋਂ ਪ੍ਰਾਪਤ ਹੋਈ। ਇਹ ਸ਼ਾਂਤੀ ਸਹਿਜੇ ਕਿੱਥੋਂ ਪ੍ਰਾਪਤੀ ਹੁੰਦੀ ਹੈ? ਗੁਰੂ ਕੋਲੋਂ ਪ੍ਰਾਪਤ ਹੁੰਦੀ ਹੈ ਭਾਈ। ਮਹਾਰਾਜ ਕਹਿਣ ਲੱਗੇ, ਲਾਲੈ ਗਾਰਬ ਛੋਡਿਆ ਗੁਰ ਕੈ ਸਹਿਜ ਸੁਭਾਏ। ਗੁਰਾਂ ਦੀ ਬਖਸ਼ਿਸ਼ ਦੇ ਨਾਲ ਜਿਹੜਾ ਦਾਸ ਬਣਿਆ, ਹੰਕਾਰ ਉਹਨੇ ਛੱਡਿਆ। ਮੈਂ ਨਾਹੀ ਕਿਛ ਹਉ ਨਾਹੀ ਕਿਛ ਆਹੇ ਨਾ ਮੋਰਾ, ਮੈਂ ਕੁਝ ਨਹੀਂ ਹਾਂ। ਇਹ ਹੈ ਨਿਮਰਤਾ, ਇਹ ਹੰਕਾਰ ਛੱਡਣ ਵਾਲਿਆਂ ਦੇ ਬਚਨ ਨੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਇਸ ਤਰ੍ਹਾਂ ਉਹ ਗੁਰਮੁਖ ਜਿਹੜੇ ਨੇ ਸ਼ਾਂਤੀ ਸੁਭਾਅ ਨੂੰ ਪ੍ਰਾਪਤ ਕਰਦੇ ਹਨ। ਲਾਲੈ ਖਸਮ ਪਛਾਣਿਆ ਵੱਡੀ ਵਡਿਆਈ। ਜਿਹੜਾ ਲਾਲਾ ਦਾਸ ਬਣਿਆ ਨਾ ਭਾਈ, ਖਸਮ ਨੂੰ ਪਛਾਣਿਆ ਵੀ ਉਹਨੇ ਹੈ। ਪਰਮਾਤਮਾ ਹੈ ਤੇ ਸਾਰਿਆਂ ਥਾਵਾਂ 'ਤੇ, ਕੋਈ ਇਹੋ ਜਿਹੀ ਜਗ੍ਹਾ ਨਹੀਂ ਵੀ ਜਿੱਥੇ ਨਹੀਂ। ਪਰ ਜਿਹੜੇ ਦਾਸ ਬਣੇ ਨਾ, ਪਛਾਣਿਆ ਉਹਨਾਂ ਨੇ ਵੀ ਜਰੇ ਜਰੇ ਦੇ ਵਿੱਚ ਜਿਮੀ ਜ਼ਬਾਨ ਕਹਿ ਬਿਖੈ ਸਮਸਤ ਏਕ ਜੋਤ ਹੈ। ਇਹ ਬਚਨ ਉਹਨਾਂ ਨੇ ਪਛਾਣਿਆ ਹੈ ਜਿਹੜੇ ਦਾਸ ਬਣੇ ਨੇ। ਲਾਲੈ ਖਸਮ ਪਛਾਣਿਆ, ਲਾਲੈ ਕਹੀਏ ਦਾਸ ਨੇ, ਸੇਵਕ ਨੇ। ਖਸਮ ਪਰਮਾਤਮਾ ਨੂੰ ਸਾਰਿਆਂ ਥਾਵਾਂ 'ਤੇ ਮਿਲਿਆ ਹੋਇਆ ਪਛਾਣ ਲਿਆ ਹੈ। ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਜਿਹੜੇ ਸੰਤ ਦਾਸ ਬਣ ਗਏ ਉਹਨਾਂ ਨੇ ਆਖਿਆ ਵੀ ਉਹ ਸਾਰਿਆਂ ਥਾਵਾਂ 'ਤੇ ਹੈ। ਵੱਡੀ ਵਡਿਆਈ, ਇਹ ਉਹਨਾਂ ਗੁਰਮੁਖਾਂ ਦੀ ਵੱਡੀ ਵਡਿਆਈ ਹੈ। ਉਹਨਾਂ ਗੁਰਮੁਖਾਂ ਦੀ ਵਡਿਆਈ ਵੀ ਇਸੇ ਵਿੱਚ ਹੀ ਹੈ ਵੀ ਉਹ ਪਰਮਾਤਮਾ ਨੂੰ ਸਾਰਿਆਂ ਥਾਵਾਂ 'ਤੇ ਜਾਣਦੇ ਹਨ। ਖਸਮ ਮਿਲਿਆ ਸੁਖ ਪਾਇਆ। ਜਿਹੜੇ ਖਸਮ ਨੂੰ ਮਿਲੇ ਨੇ ਨਾ, ਸੁਖ ਵੀ ਉਹਨਾਂ ਨੂੰ ਪ੍ਰਾਪਤ ਹੋਇਆ ਹੈ। ਸੁਖ ਤੇਰਾ ਦਿੱਤਾ ਲਹੀਏ, ਜਿਹਨੂੰ ਉਹ ਸੁਖ ਦਿੰਦਾ ਹੈ, ਪ੍ਰਾਪਤੀ ਵੀ ਉਹਨੂੰ ਹੀ ਹੁੰਦੀ ਹੈ। ਮਹਾਰਾਜ ਕਹਿਣ ਲੱਗੇ, ਭਾਈ ਖਸਮ ਮਿਲਿਆ, ਅਸਲ ਵਿੱਚ ਸੁਖ ਉਹਨੂੰ ਮਿਲਿਆ ਜਿਹਨੂੰ ਪਰਮਾਤਮਾ ਮਿਲਿਆ ਹੈ। ਜਿਹਨੂੰ ਪਰਮਾਤਮਾ ਮਿਲਿਆ ਉਹਨੂੰ ਸਾਰੇ ਸੁਖ ਮਿਲ ਗਏ। ਵਿਦਵਾਨਾਂ ਨੇ ਗ੍ਰੰਥਾਂ ਦੇ ਵਿੱਚ 11 ਤਰ੍ਹਾਂ ਦੇ ਸੁੱਖਾਂ ਦਾ ਵਰਣਨ ਕੀਤਾ ਹੈ। 11 ਤਰ੍ਹਾਂ ਦੀਆਂ ਸੁੱਖ ਦੀਆਂ ਵੱਖਰੀਆਂ ਵੱਖਰੀਆਂ ਪਦਵੀਆਂ ਨੇ। ਮਨੁੱਖ ਦੇ ਨਾਲੋਂ 100 ਗੁਣਾ ਸੁੱਖ ਜਿਹੜਾ ਨਾ ਚੱਕਰਵਰਤੀ ਰਾਜੇ ਨੂੰ ਹੁੰਦਾ, ਜਿਸ ਰਾਜੇ ਦਾ ਪੂਰੇ ਦੇਸ਼ 'ਤੇ ਹੁਕਮ ਚੱਲੇ। ਜਿਵੇਂ ਅਕਬਰ ਬਾਦਸ਼ਾਹ ਸੀਗਾ, ਪੂਰੇ ਹਿੰਦੁਸਤਾਨ ਦੇ ਉੱਪਰ ਰਾਜ ਚੱਲਦਾ ਹੈ। ਮਨੁੱਖ ਆਮ ਮਨੁੱਖ ਦੇ ਨਾਲੋਂ 100 ਗੁਣਾ ਵੱਧ ਸੁੱਖ ਚੱਕਰਵਰਤੀ ਬਾਦਸ਼ਾਹ ਨੂੰ ਮੰਨਿਆ ਹੈ। ਇਹ ਸੁੱਖ ਦੀ ਇੱਕ ਪਹਿਲੀ ਮੰਜ਼ਿਲ ਹੈ, ਪਹਿਲੇ ਦਰਜੇ ਦਾ ਇਹ ਸੁੱਖ ਹੈ। ਚੱਕਰਵਰਤੀ ਰਾਜੇ ਦੇ ਨਾਲੋਂ ਦੂਜਾ ਸੁੱਖ ਜਿਹੜਾ ਹੈ ਉਹ ਮਨੁੱਖ ਗੰਧਰਵ ਨੂੰ ਮੰਨਿਆ ਹੈ। ਰਾਜੇ ਦੇ ਨਾਲੋਂ 100 ਗੁਣਾ ਵੱਧ ਸੁੱਖ ਜਿਹੜਾ ਉਹ ਮਨੁੱਖ ਗੰਧਰਵ ਨੂੰ ਪ੍ਰਾਪਤ ਹੁੰਦਾ ਹੈ। ਅਤੇ ਮਨੁੱਖ ਗੰਧਰਵ ਦੇ ਨਾਲੋਂ ਜਿਹੜਾ 100 ਗੁਣਾ ਸੁੱਖ ਅੱਗੇ ਬਚਨ ਕੀਤਾ ਹੈ, ਦੇਵਤੇ ਗੰਧਰਵ ਨੂੰ ਪ੍ਰਾਪਤ ਹੁੰਦਾ। ਜਿਹੜੇ ਦੇਵਤਿਆਂ ਦੇ ਗੰਧਰਵ ਨੇ ਨਾ, ਹਾ ਹਾ ਹੂ ਹੂ ਗੰਧਰਵ ਅਪਸਰਾ ਅਨੰਦ ਮੰਗਲ ਗੁਣ ਗਾਵਨੀ ਨੀਕੀ ਗੁਰਬਾਣੀ ਦਾ ਬਚਨ ਹੈ ਵੀ ਉਹਨਾਂ ਗੰਧਰਵਾਂ ਨੂੰ ਮਨੁੱਖਾਂ ਦੇ ਨਾਲੋਂ ਵੀ, ਜਿਹੜੇ ਮਨੁੱਖ ਗੰਧਰਵ ਨੇ ਉਹਨਾਂ ਦੇ ਨਾਲੋਂ ਦੇਵਤੇ ਗੰਧਰਵਾਂ ਨੂੰ 100 ਗੁਣਾ ਵੱਧ ਸੁੱਖ ਪ੍ਰਾਪਤ ਹੁੰਦਾ ਹੈ। ਇਹ ਤੀਜੇ ਨੰਬਰ ਦੀ ਆਪਾਂ ਕਹਿ ਲਈਏ ਸਟੇਜ ਹੈ, ਅਵਸਥਾ ਹੈ। ਅਤੇ ਫਿਰ ਚੌਥਾ ਬਚਨ ਕਰਦੇ ਕਹਿਣ ਲੱਗੇ, ਫਿਰ ਅੱਗੇ ਸੁਰ ਦੇਵਤਾ ਆ ਗਿਆ। ਜਿਹੜੇ ਪਵਨ ਹੈ, ਇਸੇ ਤਰ੍ਹਾਂ ਜਲ ਦੇਵਤਾ ਹੈ, ਵਰੁਣ ਦੇਵਤਾ ਹੈ, ਬਸੰਤਰ ਦੇਵਤਾ ਹੈ। ਫਿਰ ਇਹਨਾਂ ਦਾ ਸੁੱਖ ਉਹਦੇ ਤੋਂ ਵੀ ਅੱਗੇ ਹੈ 100 ਗੁਣਾ। ਇਹ ਉਸ ਤੋਂ ਵੀ ਅੱਗੇ 100 ਗੁਣਾ ਵੱਧ ਸੁੱਖ ਨੂੰ ਪ੍ਰਾਪਤ ਕਰਦੇ। ਇਹਨਾਂ ਛੋਟੇ ਦੇਵਤਿਆਂ ਦੇ ਨਾਲੋਂ ਫਿਰ ਅੱਗੇ ਜਿਹੜੇ ਨਰ ਦੇਵਤੇ ਨੇ ਉਹਨਾਂ ਨੂੰ ਇਸ ਤੋਂ ਵੀ ਅੱਗੇ 100 ਗੁਣਾ ਵੱਧ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਅਤੇ ਇਹਨਾਂ ਨਰ ਦੇਵਤਿਆਂ ਤੋਂ ਅੱਗੇ ਜਾ ਕੇ ਫਿਰ ਜਿਹੜੇ ਅਜਾਨ ਦੇਵਤੇ ਨੇ, ਕਰਮ ਦਾ ਫਲ ਭੁਗਤਾਉਣ ਵਾਲੇ, ਉਹਨਾਂ ਨੂੰ ਇਸ ਤੋਂ ਵੀ ਅੱਗੇ ਜਾ ਕੇ 100 ਗੁਣਾ ਹੋਰ ਸੁੱਖ ਮਿਲਦਾ ਹੈ। ਅਤੇ ਪਾਤਸ਼ਾਹ ਫਰਮਾਉਂਦੇ ਪਏ, ਕਹਿਣ ਲੱਗੇ 7ਵੇਂ ਥਾਮ 'ਤੇ ਫਿਰ ਪਿਤਰ ਦੇਵਤੇ ਨੇ। ਪਿਤਰ ਦੇਵਤਿਆਂ ਨੂੰ ਸੁੱਖ ਅਜਾਨ ਦੇਵਤਿਆਂ ਦੇ ਨਾਲੋਂ ਵੀ 100 ਗੁਣਾ ਅੱਗੇ ਹੈ। ਅਤੇ ਉਹ ਜਿਹੜੇ ਪਿਤਰ ਦੇਵਤੇ ਨੇ ਉਹਨਾਂ ਤੋਂ ਅੱਗੇ ਫਿਰ ਜਿਹੜਾ ਦਛ ਪ੍ਰਜਾਪਤ ਹੈ,
ਪ੍ਰਜਾਪਤ ਨੂੰ ਸੁਖ 100 ਗੁਣਾ ਵੱਧ ਮੰਨਿਆ ਹੈ। 10 ਪ੍ਰਜਾਪਤ ਨੂੰ ਇਹ ਸੁਖ ਮਿਲਦਾ ਹੈ। ਤੇ ਬਚਨ ਆ ਗਿਆ, ਕਹਿਣ ਲੱਗੇ ਫਿਰ 10 ਪ੍ਰਜਾਪਤ ਦੇ ਨਾਲੋਂ ਅਗਲਾ 100 ਗੁਣਾ ਜਿਹੜਾ ਸੁਖ ਹੈ ਉਹ ਬ੍ਰਹਿਸਪਤ ਨੂੰ ਮਿਲਦਾ। ਬ੍ਰਹਿਸਪਤ ਦੇਵਤਿਆਂ ਦਾ ਗੁਰੂ ਹੈ। ਤੇ ਕਹਿਣ ਲੱਗੇ ਇਸੇ ਤਰ੍ਹਾਂ 10 ਪ੍ਰਜਾਪਤ ਤੋਂ ਜਿਹੜਾ ਵੱਡਾ ਸੁਖ ਹੈ ਉਹ ਇੰਦਰ ਨੂੰ ਮਿਲਦਾ ਹੈ। ਇੰਦਰ ਜਿਹੜਾ ਸਵਰਗਾਂ ਦਾ ਰਾਜਾ, ਉਹਨੂੰ 100 ਗੁਣਾ ਹੋਰ ਸੁਖ 10 ਪ੍ਰਜਾਪਤ ਤੋਂ ਜ਼ਿਆਦਾ ਹੈ। ਤੇ ਇੰਦਰ ਤੋਂ 100 ਗੁਣਾ ਸੁਖ ਜਿਹੜਾ ਹੈ ਉਹ ਬ੍ਰਹਿਸਪਤ ਨੂੰ ਮਿਲਦਾ, ਕਿਉਂਕਿ ਇੰਦਰ ਦਾ ਗੁਰੂ ਬ੍ਰਹਿਸਪਤ ਹੈ। 100 ਗੁਣਾ ਸੁਖ ਬ੍ਰਹਿਸਪਤ ਨੂੰ ਮਿਲਿਆ। ਤੇ ਬ੍ਰਹਿਸਪਤ ਤੋਂ 100 ਗੁਣਾ ਸੁਖ ਵੱਧ ਫਿਰ ਬ੍ਰਹਮਾ ਨੂੰ ਮਿਲਿਆ ਹੈ। ਇਹ 11 ਸੁਖ ਦੀਆਂ ਨਿਸ਼ਾਨੀਆਂ ਨੇ ਵੀ 11 ਸੁਖ ਦੀਆਂ ਵੱਖਰੀਆਂ ਵੱਖਰੀਆਂ ਸਟੇਜਾਂ ਨੇ। ਰਾਜੇ ਤੋਂ 100 ਗੁਣਾ ਸੁਖ ਦੂਜੇ ਨੂੰ, ਉਹਦੇ ਤੋਂ 100 ਗੁਣਾ ਅੱਗੇ, ਫਿਰ 100 ਗੁਣਾ ਅੱਗੇ, ਇਸ ਤਰ੍ਹਾਂ 11 ਸਟੇਜਾਂ ਦਾ ਵੱਖਰਾ ਵੱਖਰਾ ਵਰਣਨ ਕੀਤਾ ਵੀ ਬ੍ਰਹਮਾ ਨੂੰ ਜਿਹੜਾ ਸੁਖ ਹੈ ਉਹ ਸਭ ਤੋਂ ਵੱਧ ਮੰਨਿਆ ਹੈ। ਪਰ ਬਚਨ ਇਹ ਹੈ, ਗੁਰਮੁਖੋ ਸ਼ਾਸਤਰਾਂ ਦੇ ਵਿੱਚ ਇਹ ਬਚਨ ਲਿਖਿਆ ਹੈ ਕਿ ਜਿਹੜਾ ਵਿਅਕਤੀ ਜੀਵਨ ਮੁਕਤ ਹੈ ਨਾ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਬ੍ਰਹਮ ਗਿਆਨੀ, ਜਿਹੜਾ ਜੀਵਨ ਮੁਕਤ ਹੈ ਉਹਨੂੰ ਜਿਹੜਾ ਸੁਖ ਮਿਲਦਾ ਹੈ ਨਾ, ਉਹ ਆਪਣੀਆਂ ਅੱਖਾਂ ਨੂੰ 14 ਵਾਰੀ ਖੋਲ੍ਹੇ ਤੇ 14 ਵਾਰੀ ਬੰਦ ਕਰੇ। ਅੱਖਾਂ ਨੂੰ ਝਪਕਣਾ ਹੈ, 14 ਵਾਰੀ ਖੋਲ੍ਹਣਾ ਤੇ 14 ਵਾਰੀ ਬੰਦ ਕਰਨਾ। ਇੰਨੇ ਸਮੇਂ ਦਾ ਜਿਹੜਾ ਸੁਖ ਹੈ, ਇਹ ਸੁਖ ਬ੍ਰਹਮਾ ਨੂੰ ਸਾਰੀ ਉਮਰ ਵਿੱਚ ਮਿਲਦਾ ਹੈ। ਬ੍ਰਹਮਾ ਦੀ ਸਾਰੀ ਉਮਰ ਦਾ ਸੁਖ, ਬ੍ਰਹਮ ਗਿਆਨੀ ਦਾ ਸੁਖ ਕੇਵਲ 14 ਵਾਰੀ ਅੱਖਾਂ ਖੋਲ੍ਹਣਾ ਤੇ ਬੰਦ ਕਰਨ ਦੇ ਬਰਾਬਰ ਹੀ ਹੈ। ਬ੍ਰਹਮ ਗਿਆਨੀ ਦਾ ਸੁਖ ਉਸ ਤੋਂ ਵੀ ਕਿਤੇ ਅੱਗੇ ਹੈ। ਮਹਾਰਾਜ ਕਹਿਣ ਲੱਗੇ ਭਾਈ ਇਹ ਅਵਸਥਾ ਸੁਖ ਦੀ ਹੈ, ਪਰ ਸੁਖ ਕਿਹਨੂੰ ਮਿਲਦਾ ਹੈ? ਖਸਮ ਮਿਲਿਆ ਸੁਖ ਪਾਈਆ। ਜਿਹਨੂੰ ਪਰਮਾਤਮਾ ਮਿਲ ਗਿਆ ਉਹਨੂੰ ਇਹ ਸੁਖ ਮਿਲਣਾ ਹੈ। ਦੇਵਤੇ ਵੀ ਉਹਦਾ ਮੁਕਾਬਲਾ ਨਹੀਂ ਕਰ ਸਕਦੇ, ਦੇਵਤੇ ਵੀ ਉੱਥੋਂ ਤੱਕ ਪਹੁੰਚ ਨਹੀਂ ਸਕਦੇ। ਦੇਵਤਿਆਂ ਦੀ ਸਾਰੀ ਜ਼ਿੰਦਗੀ ਦਾ ਸੁਖ ਜੀਵਨ ਮੁਕਤ ਅਵਸਥਾ ਵਾਲੇ ਸਿੱਖ ਦੇ ਸੁਖ ਦੇ ਕੇਵਲ 14 ਵਾਰੀ ਅੱਖਾਂ ਨੂੰ ਪਲਕਾਂ ਨੂੰ ਝਪਕਣ ਦੇ ਬਰਾਬਰ ਹੀ ਹੈ। ਇੰਨਾ ਵੱਡਾ ਸੁਖ ਹੈ ਨਾਮ ਜਪਣ ਵਾਲੇ ਨੂੰ ਮਿਲਿਆ। ਰਾਜ ਨ ਚਾਹੋ ਮੁਕਤ ਨ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਤਾਂ ਹੀ ਉਹਨਾਂ ਨੇ ਕਿਹਾ ਵੀ ਮਹਾਰਾਜ ਰਾਜ ਨਹੀਂ ਚਾਹੀਦਾ, ਕਿਉਂਕਿ ਅਸੀਂ ਜੀਵਨ ਮੁਕਤ ਹਾਂ। ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਜੀਵਨ ਮੁਕਤ ਉਹ ਹੈ ਜਿਹਦੇ ਹਿਰਦੇ ਵਿੱਚ ਪਰਮਾਤਮਾ ਹੈ। ਜਿਹਦੇ ਹਿਰਦੇ ਵਿੱਚ ਪਰਮਾਤਮਾ, ਉਹ ਕਹਿੰਦਾ ਰਾਜ ਨਾ ਚਾਹੋ, ਮੈਨੂੰ ਰਾਜ ਦੀ ਵੀ ਲੋੜ ਨਹੀਂ ਹੈ। ਮੁਕਤ ਨਾ ਚਾਹੂੰ, ਆ ਜਿਹੜੀਆਂ 3-4 ਮੁਕਤੀਆਂ ਨੇ, ਸਮੀਪ ਮੁਕਤੀ ਹੈ, ਸਰੂਪ ਮੁਕਤੀ ਹੈ, ਮਹਾਰਾਜ ਇਹ ਵੀ ਨਹੀਂ ਚਾਹੀਦੀਆਂ। ਕੀ ਚਾਹੀਦਾ? ਮਨ ਪ੍ਰੀਤ ਚਰਨ ਕਮਲਾਰੇ। ਤੁਹਾਡੇ ਚਰਨ ਐਸੇ ਤਰ੍ਹਾਂ ਮੇਰੇ ਮਨ ਵਿੱਚ ਵਸੇ ਰਹਿਣ, ਬਸ ਇਹੋ ਹੀ ਸੁਖ ਮਿਲਿਆ ਰਵੇ, ਇਹਦੇ ਤੋਂ ਅੱਗੇ ਲੋੜ ਨਹੀਂ। ਸੋ ਗੁਰਮੁਖੋ ਬਚਨ ਇਹ ਹੈ ਵੀ ਸਭ ਤੋਂ ਵੱਡਾ ਸੁਖ ਬ੍ਰਹਮਾ ਨੂੰ ਹੈ, ਤੇ ਬ੍ਰਹਮਾ ਦੀ ਸਾਰੀ ਜ਼ਿੰਦਗੀ ਦਾ ਸੁਖ ਜੀਵਨ ਮੁਕਤ ਅਵਸਥਾ ਵਾਲੇ ਨੂੰ ਕੇਵਲ 14 ਵਾਰੀ ਅੱਖਾਂ ਖੋਲ੍ਹਣਾ ਤੇ ਬੰਦ ਕਰਨਾ, ਬਸ ਇੱਥੇ ਉਹਦਾ ਸੁਖ ਮੁੱਕ ਜਾਂਦਾ ਹੈ। ਬ੍ਰਹਮ ਗਿਆਨੀ ਦਾ ਸੁਖ ਵਰਣਨ ਨਹੀਂ ਕੀਤਾ ਜਾ ਸਕਦਾ, ਜੀਵਨ ਮੁਕਤ ਵਾਲੇ ਦਾ ਸੁਖ ਵਰਣਨ ਨਹੀਂ ਕੀਤਾ ਜਾ ਸਕਦਾ। ਇੰਨਾ ਵੱਡਾ ਸੁਖ ਨਾਮ ਜਪਣ ਵਾਲੇ ਨੂੰ ਮਿਲਦਾ ਹੈ। ਮਹਾਰਾਜ ਕਹਿਣ ਲੱਗੇ ਖਸਮ ਮਿਲਿਆ ਸੁਖ ਪਾਇਆ। ਜਿਨ੍ਹਾਂ ਨੂੰ ਖਸਮ ਪਰਮਾਤਮਾ ਮਿਲਿਆ ਉਹਨਾਂ ਨੇ ਸੁਖ ਪ੍ਰਾਪਤ ਕੀਤਾ ਹੈ। ਕੀਮਤ ਕਹਿਣ ਨਾ ਜਾਈ। ਉਸ ਸੁਖ ਦੀ ਕੋਈ ਕੀਮਤ ਨਹੀਂ ਕਹਿ ਸਕਦਾ। ਕੋਈ ਦੁਨੀਆ ਦਾ ਬੰਦਾ ਵੱਡੇ ਤੋਂ ਵੱਡਾ ਵਿਦਵਾਨ ਆ ਜਾਵੇ, ਸ਼ਕਤੀਸ਼ਾਲੀ ਆ ਜਾਵੇ, ਕਰਾਮਾਤੀ ਆ ਜਾਵੇ, ਬਹੁਤੇ ਧਨ ਵਾਲਾ ਆ ਜਾਵੇ, ਪਰ ਉਸ ਸੁਖ ਦੀ ਕੀਮਤ ਕੋਈ ਦੇ ਨਹੀਂ ਸਕਦਾ ਹੈ, ਕੋਈ ਕਹਿ ਨਹੀਂ ਸਕਦਾ ਹੈ। ਤਾਂ ਹੀ ਭਗਤ ਕਬੀਰ ਸਾਹਿਬ ਜੀ ਨੇ ਆਖਿਆ ਨਾ, ਕਹਿਣ ਲੱਗੇ ਨਾ ਹੋ ਤੇਰਾ ਪੁੰਗਰਾ ਨਾ ਤੂੰ ਮੇਰੀ ਮਾਏ। ਮੈਂ ਤੇਰਾ ਪੁੱਤਰ ਹੀ ਨਹੀਂ ਹਾਂ। ਮਾਂ ਪੁੱਤਰ ਦਾ ਰਿਸ਼ਤਾ ਕਹਿੰਦੇ ਖਤਮ ਕਰ ਦਿਓ, ਹੈ ਹੀ ਨਹੀਂ ਮੈਂ ਤੁਹਾਡਾ ਪੁੱਤਰ, ਤੁਸੀਂ ਮੇਰੀ ਮਾਂ ਨਹੀਂ। ਕਿਉਂ? ਕਿਉਂਕਿ ਜਦੋਂ ਮੈਂ ਨਾਮ ਜਪਦਾ ਹਾਂ ਤੁਸੀਂ ਆਖ ਦਿਓ ਕੰਮ ਕਰੋ, ਜਦੋਂ ਮੈਂ ਕੰਮ ਕਰਦਾ ਮੈਨੂੰ ਰਾਮ ਦਾ ਨਾਮ ਭੁੱਲਦਾ ਹੈ। ਜਬ ਲਗ ਤਾਗਾ ਬਾਹੋ ਦੇਹੀ ਤਬ ਲਗ ਬਿਸਰੈ। ਰਾਮ ਸਨੇਹੀ, ਮੈਨੂੰ ਰੱਬ ਦਾ ਨਾਮ ਭੁੱਲਦਾ। ਉਹ ਸੁਖ ਹੀ ਇਹੋ ਜਿਹਾ ਵੀ ਕਿਸੇ ਨੂੰ ਦੱਸਿਆ ਹੀ ਨਹੀਂ ਜਾ ਸਕਦਾ, ਉਹਦੀ ਕੋਈ ਕੀਮਤ ਪਾ ਹੀ ਨਹੀਂ ਸਕਦਾ। ਮਾਂ ਪੁੱਤਰ ਦਾ ਰਿਸ਼ਤਾ ਛੱਡਣਾ ਕੋਈ ਸੌਖੀ ਗੱਲ ਥੋੜ੍ਹੀ ਹੈ, ਬੜੀ ਵੱਡੀ ਗੱਲ ਹੈ। ਪਰ ਕਹਿਣ ਲੱਗੇ ਅਸੀਂ ਇਹ ਵੀ ਛੱਡ ਦਿੱਤਾ। ਉਹ ਸੁੱਖ ਦੇ ਬਰਾਬਰ ਇਹ ਤੇ ਕੁਝ ਵੀ ਨਹੀਂ ਹੈ। ਮਹਾਰਾਜ ਕਹਿਣ ਲੱਗੇ ਇਹ ਰਸ ਛੱਡੇ ਉਹ ਰਸ ਆਵਾ। ਜਿਨ੍ਹਾਂ ਨੇ ਦੁਨੀਆ ਦੇ ਰਸ ਛੱਡ ਦਿੱਤੇ ਉਹਨਾਂ ਨੂੰ ਪਰਮਾਤਮਾ ਦੇ ਨਾਮ ਦਾ ਰਸ ਪ੍ਰਾਪਤ ਹੁੰਦਾ ਹੈ।
ਲਾਲਾ ਗੋਲਾ ਖਸਮ ਕਾ ਖਸਮੈ ਵਡਿਆਈ। ਮਹਾਰਾਜ ਮੈਂ ਤੁਹਾਡਾ ਲਾਲਾ ਗੋਲਾ ਹਾਂ। ਲਾਲਾ ਗੋਲਾ ਕਹੀਏ ਦਾਸਾਂ ਦਾ ਦਾਸ, ਸੇਵਕਾਂ ਦਾ ਸੇਵਕ। ਘਰ ਦੇ ਵਿੱਚ ਨੌਕਰ ਰੱਖਿਆ ਉਹ ਨੰਬਰਦਾਰ ਹੈ, ਉਹਦੇ ਥੱਲੇ ਹੋਰ ਅੱਗੇ ਨੌਕਰ ਕੰਮ ਕਰਦੇ। ਘਰ ਦਾ ਨੌਕਰ ਦੂਜੇ ਨੌਕਰਾਂ ਨੂੰ ਪ੍ਰੇਰ ਕੇ ਕਰਾਉਂਦਾ। ਵੱਡੇ ਵੱਡੇ ਘਰਾਂ ਵਿੱਚ ਨੌਕਰਾਂ ਦੀਆਂ ਦਰਜਨਾਂ ਹੀ ਤੁਰੀਆਂ ਫਿਰਦੀਆਂ, ਦਰਜਨ ਹੀ ਨੌਕਰ ਰੱਖੇ ਹੋਏ। ਉਹਨਾਂ ਸਾਰੇ ਨੌਕਰਾਂ ਨੂੰ ਸਾਂਭਣ ਵਾਸਤੇ ਇੱਕ ਸੀਨੀਅਰ ਨੌਕਰ ਉੱਪਰ ਹੈ, ਉਹ ਵੀ ਨੌਕਰ ਹੀ ਹੈ, ਪਰ ਉਹ ਸਾਰਿਆਂ ਨੂੰ ਸਾਂਭਦਾ ਹੈ, ਸਾਰਿਆਂ ਨੂੰ ਦੱਸਦਾ ਵੀ ਤੁਸੀਂ ਇਹ ਕੰਮ ਕਰੋ। ਮਹਾਰਾਜ ਮੈਂ ਤੇਰੇ ਨੌਕਰਾਂ ਦਾ ਵੀ ਨੌਕਰ ਹਾਂ, ਦਾਸਾਂ ਦਾ ਵੀ ਅੱਗੇ ਦਾਸ, ਗੋਲਿਆਂ ਦਾ ਵੀ ਅੱਗੇ ਗੋਲਾ ਹਾਂ। ਐਸੀ ਨਿਮਰਤਾ ਹੈ। ਬਾਬਾ ਆਨੰਦ ਸਿੰਘ ਜੀ ਮਹਾਂਪੁਰਖ ਨੇ ਨਾ, ਨਾਨਕਸਰ ਵਾਲੇ। ਅੱਜ ਵੀ ਤੁਸੀਂ ਜਾਓਗੇ ਨਾ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸਭ ਤੋਂ ਉੱਪਰ ਹੈ, ਅਤੇ ਫਿਰ ਸੰਗਤ ਦੇ ਬੈਠਣ ਵਾਸਤੇ ਜਗ੍ਹਾ ਹੈ। ਅਤੇ ਆਪ ਜੀ ਦਾ ਆਸਨ ਉਹਨਾਂ ਸੰਗਤ ਤੋਂ ਵੀ ਨੀਵਾਂ ਹੈ। ਜਦੋਂ ਆਪ ਜਾਓਗੇ ਉਹ ਯਾਦਗਾਰ ਬਿਸਤਰਾ ਲਾ ਕੇ ਰੱਖਦੇ, ਭਾਵੇਂ ਆਪਾਂ ਇਹਨੂੰ ਜਿੱਧਰ ਨੂੰ ਮਰਜ਼ੀ ਲੈ ਚੱਲੀਏ ਵੀ ਇਸ ਤਰ੍ਹਾਂ ਹੈ ਉਸ ਤਰ੍ਹਾਂ ਹੈ, ਪਰ ਗੱਲ ਇਹ ਹੈ ਵੀ ਨਿਮਰਤਾ ਹੈ ਵੀ ਸੰਗਤ ਦੇ ਨਾਲੋਂ ਵੀ ਨੀਵੇਂ ਜਾ ਕੇ ਆਖਿਆ ਵੀ ਅਸੀਂ ਤਾਂ ਦਾਸਾਂ ਦੇ ਦਾਸ ਹਾਂ, ਸੇਵਕਾਂ ਦੇ ਵੀ ਸੇਵਕ ਹਾਂ। ਇਹ ਉਹਨਾਂ ਦੀ ਨਿਮਰਤਾ ਜਿਨ੍ਹਾਂ ਨੇ ਕਮਾਈ ਕੀਤੀ ਹੈ। ਮਹਾਰਾਜ ਕਹਿੰਦੇ ਲਾਲਾ ਗੋਲਾ ਖਸਮ ਕਾ, ਮੈਂ ਤੇ ਲਾਲਾ ਗੋਲਾ ਦਾਸਾਂ ਦਾ ਦਾਸ ਆਪਣੇ ਮਾਲਕ ਦਾ ਹਾਂ। ਖਸਮੈ ਵਡਿਆਈ, ਪਰਮਾਤਮਾ ਦੀ ਇਹ ਵੱਡੀ ਵਡਿਆਈ ਹੈ। ਗੁਰ ਪ੍ਰਸਾਦੀ ਉਬਰੈ ਹਰਿ ਕੀ ਸ਼ਰਣਾਈ। ਜਿਹੜੇ ਹਰੀ ਦੀ ਸ਼ਰਨ ਵਿੱਚ ਪੈ ਗਏ ਨਾ, ਉਹ ਗੁਰੂ ਉਹਨਾਂ ਤੇ ਕਿਰਪਾ ਕਰਦਾ। ਜਿਨ੍ਹਾਂ ਤੇ ਗੁਰੂ ਕਿਰਪਾ ਕਰਦਾ ਉਬਰੇ ਕਹੀਏ ਬਚ ਗਏ। ਆਟਾ ਪੀਣ ਵਾਲਾ ਚੱਕੀ ਦੇ ਵਿੱਚ ਕਣਕ ਨੂੰ ਜਦੋਂ ਪਾ ਦਿੰਦਾ, ਜਿਹੜੇ ਦਾਣੇ ਪੁੜ ਦੇ ਥੱਲੇ ਆ ਜਾਂਦੇ ਰਗੜੇ ਜਾਂਦੇ, ਪਰ ਜਿਹੜੇ ਦਾਣੇ ਕਿੱਲੀ ਦੇ ਨਾਲ ਲੱਗੇ ਉਹ ਬਚ ਜਾਂਦੇ। ਜਿਹੜਾ ਸਿੱਖ ਗੁਰੂ ਦੇ ਨਾਲ ਲੱਗ ਗਿਆ ਉਹ ਕਹਿਣ ਲੱਗੇ ਵੀ ਇਹ ਕਾਲ ਰੂਪੀ ਚੱਕੀ ਤੋਂ ਮਹਾਰਾਜ ਬਚਾ ਲੈਂਦੇ, ਜਮਾਂ ਦੀ ਮਾਰ ਤੋਂ ਬਚਾ ਲੈਂਦੇ। ਐਸੀ ਦਾਤ ਪ੍ਰਾਪਤ ਹੁੰਦੀ ਹੈ। ਲਾਲੇ ਨੋ ਸਿਰਕਾਰ ਹੈ ਤੁਰ ਖਸਮ ਫਰਮਾਈ। ਪਾਤਸ਼ਾਹ ਕਹਿਣ ਲੱਗੇ ਜਿਹੜਾ ਲਾਲਾ ਸੇਵਕ ਹੈ ਨਾ ਭਾਈ, ਧੁਰ ਤੋਂ ਹੀ ਪ੍ਰਮਾਤਮਾ ਨੇ ਉਹਦੇ ਮੱਥੇ ਤੇ ਲੇਖ ਲਿਖ ਦਿੱਤਾ ਹੈ। ਕੀ ਲੇਖ ਲਿਖਿਆ ਹੈ? ਵੀ ਇਹਨੇ ਜਾ ਕੇ ਦੁਨੀਆ ਤੇ ਬੰਦਗੀ ਹੀ ਕਰਨੀ ਹੈ। ਪ੍ਰਮਾਤਮਾ ਨੇ ਸ਼ੁਰੂ ਤੋਂ ਹੀ ਬੰਦਗੀ ਵੀ ਤੇ ਕਰਮਾਂ ਨਾਲ ਹੁੰਦੀ ਹੈ ਨਾ, ਕਰਮਾਂ 'ਚ ਲੇਖ ਲਿਖਿਆ ਹੀ ਨਹੀਂ ਤੇ ਫਿਰ ਬੰਦਗੀ ਕਿਵੇਂ ਕਰੇ। ਪਾਤਸ਼ਾਹ ਕਹਿਣ ਲੱਗੇ ਲਾਲੇ ਨੂੰ ਸਰਕਾਰ ਹੈ। ਲਾਲਾ ਜਿਹੜਾ ਦਾਸ ਹੈ ਨਾ, ਪਰਮਾਤਮਾ ਨੇ ਉਹਦੇ ਸਿਰ ਕਹੀਏ ਮੱਥੇ ਦੇ ਉੱਪਰ ਕਾਰ ਰੇਖਾ ਪਾ ਦਿੱਤੀ ਹੈ ਵੀ ਇਹ ਬੰਦਗੀ ਕਰੇਗਾ, ਇਹ ਨਾਮ ਜਪੇਗਾ। ਉਹ ਫਿਰ ਨਾਮ ਹੀ ਜਪਦਾ ਰਹਿੰਦਾ ਹੈ। ਧੁਰ ਖਸਮ ਫਰਮਾਈ, ਧੁਰ ਤੋਂ ਹੀ ਖਸਮ ਨੇ ਇਹ ਜਿਹੜਾ ਹੈ ਲੇਖ ਲਿਖ ਕੇ ਭੇਜਿਆ ਵੀ ਇਹ ਬੰਦਗੀ ਵਿੱਚ ਹੀ ਲੱਗੇ ਰਹਿਣਗੇ। ਬੰਦਗੀ ਤਾਂ ਹੋਈ ਹੈ ਕਿਉਂਕਿ ਪ੍ਰਮਾਤਮਾ ਨੇ ਲਿਖੀ ਹੈ ਜਿਸ ਕੈ ਮਸਤਕ ਭਾਗ ਸੋ ਸੇਵਾ ਲਾਇਆ। ਮੱਥੇ ਦਾ ਭਾਗ ਹੋਵੇ ਤੇ ਸੇਵਾ ਵੀ ਤਾਂ ਹੁੰਦੀ ਹੈ, ਮੱਥੇ ਦੇ ਭਾਗ ਹੋਣ ਤੇ ਸਿਮਰਨ ਵੀ ਤਾਂ ਹੁੰਦਾ ਹੈ। ਇਸ ਕਰਕੇ ਤਾਂ ਹੀ ਆਖਿਆ ਭਾਗ ਠੜੇ ਹਰ ਸੰਤ ਤੁਮਾਰੇ, ਉਹ ਵੱਡਿਆਂ ਭਾਗਾਂ ਵਾਲੇ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਹੈ। ਤੇ ਸਤਿਗੁਰਾਂ ਦੇ ਕੋਲੋਂ ਮੰਗੀਏ ਇੱਕ ਦਖਣਾ ਹੋਤਾ ਹੈ ਤੋ ਪਹਿ ਮੰਗੋ। ਦਖਣਾ ਕਹੀਏ ਦੀਕਸ਼ਾ, ਭਿੱਖਿਆ। ਮਹਾਰਾਜ ਤੁਹਾਡੇ ਕੋਲੋਂ ਇੱਕ ਭਿੱਖਿਆ ਮੰਗਦਾ, ਭਿਖਾਰੀ ਬਣ ਕੇ। ਇੱਕ ਭਿੱਖਿਆ ਕਿਹੜੀ ਹੈ? ਹਰ ਦੀਜੈ ਨਾਮ ਪਿਆਰੀ ਦਿਓ, ਮੈਨੂੰ ਨਾਮ ਜਪਣਾ ਇਹ ਭਾਗਾਂ ਵਿੱਚ ਲਿਖ ਦਿਓ ਮਹਾਰਾਜ। ਜੇ ਕਰਮਾਂ 'ਚ ਲਿਖਿਆ ਜਾਵੇਗਾ ਤੇ ਫਿਰ ਜਪਿਆ ਜਾਵੇਗਾ। ਪਾਤਸ਼ਾਹ ਕਹਿਣ ਲੱਗੇ ਜਿਹੜਾ ਦਾਸ ਹੈ ਨਾ, ਉਹਦੇ ਮੱਥੇ ਤੇ ਪ੍ਰਮਾਤਮਾ ਨੇ ਧੁਰ ਤੋਂ ਹੀ ਇਹ ਲੇਖ ਲਿਖ ਦਿੱਤਾ ਵੀ ਇਹਨੇ ਜਾ ਕੇ ਰੱਬ ਦੀ ਬੰਦਗੀ ਕਰਨੀ ਹੈ। ਇਹ ਅਕਾਲ ਪੁਰਖ ਦਾ ਧੁਰ ਤੋਂ ਹੁਕਮ ਹੋਇਆ ਹੈ। ਲਾਲੇ ਹੁਕਮ ਪਛਾਣਿਆ ਸਦਾ ਰਹਿ ਰਜਾਈ। ਤੇ ਉਹ ਜਿਹੜਾ ਲਾਲਾ ਦਾਸ ਹੈ ਨਾ, ਉਹਨੇ ਫਿਰ ਰੱਬ ਦਾ ਹੁਕਮ ਪਛਾਣ ਲਿਆ ਵੀ ਇਹ ਉਹਦਾ ਹੁਕਮ ਹੀ ਹੈ ਬੰਦਗੀ ਕਰਨੀ। ਤੇ ਫਿਰ ਸਦਾ ਰਜਾ ਵਿੱਚ ਰਹਿੰਦੇ। ਇਹੋ ਜਿਹਾ ਗੁਰਮੁਖ ਕਦੇ ਰਜਾ ਤੋਂ ਬਾਹਰ ਨਹੀਂ ਹੁੰਦੇ, ਹੁਕਮ ਤੋਂ ਕਦੇ ਬਾਹਰ ਨਹੀਂ। ਜੇ ਹੁਕਮ ਤੋਂ ਕਦੇ ਬਾਹਰ ਹੋ ਵੀ ਜਾਣ ਤੇ ਸਤਿਗੁਰੂ ਸਮਝਾ ਦਿੰਦਾ ਹੈ ਵੀ ਨਹੀਂ ਭਾਈ ਰਜਾ ਨੂੰ ਮੰਨਣਾ ਹੈ। ਭਾਈ ਮਤੀ ਦਾਸ ਸਾਹਿਬ ਜੀ ਨੇ ਆਖਿਆ ਸੀ ਨਾ, ਮਹਾਰਾਜ ਹੁਕਮ ਹੋਵੇ ਤੇ ਸਾਰੇ ਤੁਰਕਾਨੇ ਨੂੰ ਸਜ਼ਾ ਦੇ ਦੇਵਾਂ। ਪਾਤਸ਼ਾਹ ਨੇ ਆਖਿਆ ਨਹੀਂ ਮਤੀ ਦਾਸ, ਰੱਬ ਦੀ ਰਜਾ ਵਿੱਚ ਰਹੋ, ਉਹਦਾ ਖੇਲ ਵੇਖ, ਕੌਤਕ ਵੇਖ ਵੀ ਪ੍ਰਮਾਤਮਾ ਕੀ ਕਰਦਾ ਹੈ। ਤੇ ਫਿਰ ਭਾਈ ਮਤੀ ਦਾਸ ਜੀ ਨੂੰ ਕਾਜੀ ਨੇ ਆਖਿਆ, ਕਹਿਣ ਲੱਗਾ ਜਿਹੜਾ ਬਚਨ ਗੁਰੂ ਦੇ ਕੋਲ ਕਰਕੇ ਆਇਆ ਨਾ ਵੀ ਦਿੱਲੀ ਤੇ ਲਾਹੌਰ ਦੀ ਇੱਟ ਦੇ ਨਾਲ ਇੱਟ ਖੜਕਾ ਦਿਆਂਗਾ, ਜਾਂ ਤੇ ਖੜਕਾ ਕੇ ਵਿਖਾ, ਨਹੀਂ ਤੇ ਸਜ਼ਾ ਮਿਲੇਗੀ। ਸਜ਼ਾ ਵੀ ਇਹੋ ਜਿਹੀ ਦੇਵਾਂਗੇ ਫਿਰ ਜਿਹੜੀ ਕਦੇ ਕਿਸੇ ਨੂੰ ਮਿਲੀ ਨਾ ਹੋਵੇ। ਤੇ ਭਾਈ ਮਤੀ ਦਾਸ ਨੇ ਆਖਿਆ ਸੀ ਗੁਰੂ ਦਾ ਹੁਕਮ ਨਹੀਂ ਹੈ, ਪਾਤਸ਼ਾਹ ਦਾ ਹੁਕਮ ਰਜਾ ਵਿੱਚ ਰਹਿਣਾ। ਹੁਣ ਮੈਂ ਰਜਾ ਵਿੱਚ ਹੀ ਹਾਂ, ਭਾਵੇਂ ਤੁਸੀਂ ਜੋ ਮਰਜ਼ੀ ਕਰੋ।
ਆਰੇ ਦੇ ਨਾਲ ਸਿੱਖ ਚੀਰਿਆ ਜਾ ਰਿਹਾ, ਪਰ ਰਜਾ ਤੋਂ ਬਾਹਰੀ ਨਹੀਂ ਹੈ। ਗੁਰੂ ਦਾ ਨਾਮ ਜਪਣ ਵਾਲਾ, ਬੰਦਗੀ ਕਰਨ ਵਾਲਾ, ਰੱਬ ਦਾ ਸੇਵਕ ਰੱਬ ਦੇ ਭਾਣੇ ਵਿੱਚ ਰਹਿੰਦਾ ਹੈ। ਜੇ ਕਿਤੇ ਥੋੜ੍ਹਾ ਬਹੁਤਾ ਬਚਨ ਕੋਈ ਕਰ ਵੀ ਦੇਵੇ, ਗੁਰੂ ਸਮਝਾ ਦਿੰਦਾ ਹੈ ਵੀ ਨਹੀਂ ਭਾਈ, ਜੋ ਤੁਧ ਭਾਵੈ ਸਾਈ ਭਲੀ ਕਾਰ। ਜੋ ਉਹਨੂੰ ਪਾਉਂਦਾ ਹੈ ਉਹ ਚੰਗਾ ਹੈ। ਪਾਤਸ਼ਾਹ ਕਹਿਣ ਲੱਗੇ ਦਾਸ ਨੇ ਤੇ ਹੁਕਮ ਪਛਾਣਿਆ ਹੈ, ਕਿਉਂਕਿ ਉਹ ਦਾਸ ਸਦਾ ਹੀ ਉਸ ਦੀ ਆਗਿਆ ਵਿੱਚ ਰਹਿੰਦੇ ਹਨ। ਆਪੇ ਮੀਰਾ ਬਖਸ਼ ਲਏ ਵੱਡੀ ਵਡਿਆਈ। ਮੀਰਾ ਕਹੀਏ ਗੁਰਮੁਖੋ ਪਾਤਸ਼ਾਹ, ਉਹ ਪਰਮਾਤਮਾ ਪਾਤਸ਼ਾਹ ਹੈ। ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵੇ, ਉਹ ਬਾਦਸ਼ਾਹਾਂ ਦਾ ਬਾਦਸ਼ਾਹ ਹੈ। ਤੇ ਜਿਨ੍ਹਾਂ ਨੇ ਉਸ ਦੀ ਬੰਦਗੀ ਕੀਤੀ ਹੈ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ। ਬੰਦਗੀ ਕਰਨ ਵਾਲਾ ਵੀ ਬਾਦਸ਼ਾਹ ਹੈ। ਕਿਉਂ ਬਾਦਸ਼ਾਹ ਆਖਿਆ? ਕਿਉਂਕਿ ਵੱਡੇ ਵੱਡੇ ਬਾਦਸ਼ਾਹ ਜਿਹੜੇ ਨੇ ਉਹ ਬੰਦਗੀ ਕਰਨ ਵਾਲੇ ਦੇ ਕੋਲੋਂ ਬਾਦਸ਼ਾਹੀ ਲੈ ਕੇ ਜਾਂਦੇ ਨੇ। ਬਾਦਸ਼ਾਹਾਂ ਨੂੰ ਬਾਦਸ਼ਾਹੀਆਂ ਦੇਣ ਵਾਲਾ ਰੱਬ ਦਾ ਬੰਦਾ ਹੋਇਆ ਕਰਦਾ ਭਗਤ। ਇੰਨੀ ਵੱਡੀ ਸਮਰੱਥਾ ਹੈ। ਮਹਾਰਾਜ ਕਹਿਣ ਲੱਗੇ ਆਪੇ ਮੀਰਾ ਬਖਸ਼ ਲੈ। ਮੀਰਾ ਕਹੀਏ ਉਹ ਜਿਹੜਾ ਪਾਤਸ਼ਾਹ ਪਰਮੇਸ਼ਰ ਹੈ ਨਾ, ਆਪੇ ਹੀ ਕਿਰਪਾ ਕਰਕੇ ਬਖਸ਼ ਲੈਂਦਾ ਹੈ। ਕਿਵੇਂ ਬਖਸ਼ਦਾ? ਵੱਡੀ ਵਡਿਆਈ, ਵੱਡੀ ਵਡਿਆਈ ਦੇ ਕੇ ਨਾ ਆਪਣੇ ਸੇਵਕ ਨੂੰ ਮਾਣ ਵੀ ਦਿੰਦਾ ਹੈ, ਸਨਮਾਨ ਵੀ ਦਿੰਦਾ ਹੈ। ਜਿਸ ਤਰ੍ਹਾਂ ਕਿ ਭਗਤ ਧਰੂ ਦਾ ਜੀਵਨ ਪੜ੍ਹਿਆ ਨਾ, ਉਹਨੂੰ ਵਡਿਆਈ ਵੀ ਦਿੱਤੀ ਹੈ। 36,000 ਸਾਲ ਦਾ ਰਾਜ ਵੀ ਬਖਸ਼ਿਆ ਹੈ, ਫਿਰ ਬਾਅਦ ਵਿੱਚ ਮੁਕਤ ਵੀ ਕੀਤਾ ਹੈ। ਇਸ ਤਰ੍ਹਾਂ ਆਪਣੇ ਪਿਆਰਿਆਂ ਨੂੰ ਵਡਿਆਈ ਵੀ ਦਿੰਦਾ ਹੈ, ਫਿਰ ਉਹਨਾਂ ਨੂੰ ਮੁਕਤ ਵੀ ਕਰ ਦਿੰਦਾ ਹੈ। ਆਪ ਸੱਚਾ ਸਭ ਸੱਚ ਹੈ, ਗੁਰ ਸ਼ਬਦ 부ਝਾਈ। ਮਹਾਰਾਜ ਕਹਿਣ ਲੱਗੇ ਉਹ ਪਰਮਾਤਮਾ ਆਪ ਸੱਚਾ ਹੈ ਤੇ ਉਹਦੀ ਬੰਦਗੀ ਕਰਨ ਵਾਲੇ ਵੀ ਗੁਰਮੁਖ ਸੱਚੇ ਨੇ। ਪਰ ਇਹ ਬਚਨ ਸਮਝ ਕਦੋਂ ਆਇਆ ਹੈ? ਜਦੋਂ ਸਤਿਗੁਰੂ ਨੇ ਸਮਝਾਇਆ ਹੈ, ਜਦੋਂ ਕਿਰਪਾ ਕੀਤੀ ਨਾ ਮਹਾਰਾਜ ਸਾਹਿਬ ਜੀਆਂ ਨੇ, ਫਿਰ ਇਹ ਬਚਨ ਸਮਝ ਆਇਆ ਵੀ ਉਹ ਪਰਮਾਤਮਾ ਤੇ ਸਦਾ ਹੀ ਅਟਲ ਸੱਚਾ ਹੈ। ਉਹਦੀ ਬੰਦਗੀ ਕਰਨ ਵਾਲੇ ਉਹਦੇ ਵਿੱਚ ਲੀਨ ਹੋ ਜਾਂਦੇ ਹਨ। ਤੇਰੀ ਸੇਵਾ ਸੋ ਕਰੇ ਜਿਸਨੂੰ ਲੈ ਤੂੰ ਲਾਈ। ਮਹਾਰਾਜ ਤੁਹਾਡੀ ਸੇਵਾ ਉਹ ਕਰਦਾ ਜਿਹਨੂੰ ਤੁਸੀਂ ਸੇਵਾ ਵਿੱਚ ਲਾ ਲੈਂਦੇ ਹੋ। ਤੁਹਾਡੇ ਹੁਕਮ ਤੋਂ ਬਾਹਰੀ ਤੇ ਸੇਵਾ ਵੀ ਨਹੀਂ ਹੋ ਸਕਦੀ ਹੈ। ਬਚਨ ਆਪਾਂ ਪੜ੍ਹਦੇ ਹਾਂ, ਮੁਕਤ ਭੁਗਤ ਜੁਗਤ ਤੇਰੀ ਸੇਵਾ। ਹੁਣ ਸੇਵਾ ਮੁਕਤੀ ਵੀ ਦਿੰਦੀ ਹੈ, ਮੁਕਤ ਹੋਣ ਦੀ ਜੁਗਤੀ ਵੀ ਦਿੰਦੀ ਹੈ। ਮੁਕਤ ਭੁਗਤ, ਭੁਗਤ ਕਹੀਏ ਪਦਾਰਥ ਵੀ ਮਿਲਦੇ ਸੇਵਾ ਵਿੱਚੋਂ, ਪਰ ਸੇਵਾ ਕਰਦਾ ਕੌਣ ਹੈ? ਜਿਸ ਤੂੰ ਆਪ ਕਰਾਏ। ਜਿਹਨੂੰ ਤੁਸੀਂ ਕਰਵਾਓਗੇ ਕਰੇਗਾ ਵੀ ਉਹੀ। ਹੁਣ ਆਪਾਂ ਨੂੰ ਇਹ ਬਚਨ ਤੇ ਸਮਝ ਆ ਗਿਆ ਵੀ ਸੇਵਾ ਦੇ ਵਿੱਚੋਂ ਮੁਕਤੀ ਦੀ ਜੁਗਤੀ ਮਿਲਦੀ ਹੈ। ਵੀ ਮੁਕਤ ਕਿਵੇਂ ਹੋਈ ਹੈ? ਤਰੀਕਾ ਵੀ ਸੇਵਾ ਵਿੱਚੋਂ ਲੱਭ ਜਾਂਦਾ ਹੈ, ਪਦਾਰਥ ਵੀ ਸੇਵਾ ਵਿੱਚੋਂ ਮਿਲਦੇ। ਪਰ ਸਾਰੇ ਜਾਣੇ ਸੇਵਾ ਕਰ ਨਹੀਂ ਨਾ ਸਕਣਗੇ। ਸੇਵਾ ਉਹੀ ਕਰੇਗਾ ਜਿਹਨੂੰ ਤੂੰ ਆਪ ਕਰਵਾਵੇਂਗਾ। ਤੇਰੀ ਸੇਵਾ ਸੋ ਕਰੇ। ਪਰਮਾਤਮਾ ਤੇਰੀ ਸੇਵਾ ਉਹ ਕਰਦਾ ਹੈ ਜਿਸ ਨੂੰ ਲਹਿ ਤੂੰ ਲਾਈ। ਜਿਸ ਨੂੰ ਤੁਸੀਂ ਆਪ ਸੇਵਾ ਵਿੱਚ ਲਾਉਂਦੇ ਹੋ ਉਹੀ ਤੁਹਾਡੀ ਸੇਵਾ ਕਰ ਸਕਦਾ ਹੈ। ਬਿਨ ਸੇਵਾ ਕਿਨੇ ਨਾ ਪਾਇਆ, ਦੂਜੈ ਪਰਮ ਖੁਆਈ। ਮਹਾਰਾਜ ਕਹਿੰਦੇ ਸੇਵਾ ਬਿਨਾ ਦਾਤ ਨਹੀਂ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੇਵਕ ਹੈ ਨਾ ਭਾਈ ਧੰਨਾ ਸਿੰਘ। ਇਹਦਾ ਕੰਮ ਇਹ ਸੀ ਵੀ ਬਾਹਰੋਂ ਘਾਹ ਖੋਤ ਕੇ ਲਿਆਉਣਾ ਤੇ ਮਹਾਰਾਜ ਦੇ ਘੋੜਿਆਂ ਨੂੰ ਪਾਉਣਾ ਤੇ ਘੋੜਿਆਂ ਦੀ ਮਾਲਸ਼ ਕਰਨੀ, ਸੇਵਾ ਕਰਨੀ। ਸਤਿਗੁਰੂ ਬੜੇ ਖੁਸ਼ ਹੋਏ। ਇੱਕ ਵਾਰੀ ਭਾਈ ਧੰਨਾ ਜੀ ਨੂੰ ਮਹਾਰਾਜ ਨੇ ਕੋਲ ਬੁਲਾਇਆ। ਇੰਨੇ ਚਿਰ ਨੂੰ ਡੱਲਾ ਵੀ ਕੋਲ ਆ ਗਿਆ। ਚੌਧਰੀ ਹੈ ਨਾ, ਤਲਵੰਡੀ ਦਾ ਚੌਧਰੀ ਡੱਲਾ ਵੀ ਆ ਗਿਆ। ਮਹਾਰਾਜ ਕਹਿਣ ਲੱਗੇ ਭਾਈ ਧੰਨਿਆ, ਤੈਨੂੰ ਜਿਹੜੀ ਹੈ ਇਹ ਡੱਲੇ ਵਾਲੀ ਚੌਧਰਤਾਈ ਨਾ ਦੇ ਦਈਏ, ਤੈਨੂੰ ਇਲਾਕੇ ਦਾ ਚੌਧਰੀ ਬਣਾ ਦਈਏ ਤੇ ਡੱਲੇ ਨੂੰ ਘਾਹ ਖੋਤਣ ਦੇ ਕੰਮ ਤੇ ਲਾ ਦਈਏ। ਘਾਹ ਖੋਤਿਆ ਕਰੇ ਤੇ ਤੁਸੀਂ ਚੌਧਰੀ ਬਣ ਕੇ ਆਨੰਦ ਪ੍ਰਾਪਤ ਕਰੋ। ਤੇ ਭਾਈ ਧੰਨਾ ਜੀ ਨੇ ਹੱਥ ਜੋੜ ਕੇ ਆਖਿਆ, ਕਹਿਣ ਲੱਗਾ ਨਹੀਂ ਮਹਾਰਾਜ, ਮੈਨੂੰ ਇਹਦੀ ਚੌਧਰੀ ਨਹੀਂ, ਚੌਧਰਤਾਈ ਨਹੀਂ ਚਾਹੀਦੀ ਹੈ। ਮੈਨੂੰ ਨਹੀਂ ਚਾਹੀਦੀ ਇਹ ਚੌਧਰਤਾਈ, ਇਹ ਤੇ ਕੁਝ ਵੀ ਨਹੀਂ ਹੈ। ਮੇਰੇ ਤੇ ਬਸ ਕਿਰਪਾ ਹੀ ਨਹੀਂ ਰੱਖਿਓ ਵੀ ਜਿੰਨਾ ਚਿਰ ਸਵਾਸ ਚੱਲਦੇ ਰਹੇ ਮੈਂ ਉਹਨਾਂ ਚਿਰ ਤੁਹਾਡੇ ਘੋੜਿਆਂ ਨੂੰ ਇਸੇ ਤਰ੍ਹਾਂ ਘਾਹ ਹੀ ਪਾਉਂਦਾ ਰਵਾਂ। ਮੈਨੂੰ ਇਹ ਸੇਵਾ ਦਿਓ ਮਹਾਰਾਜ, ਇਹ ਚੌਧਰਤਾਈ ਨਹੀਂ ਚਾਹੀਦੀ ਹੈ। ਇਹਦੇ ਕੋਲ ਹੀ ਰਹਿਣ ਦਿਓ, ਇਹਨੂੰ ਹੀ ਚੰਗੀ ਲੱਗਦੀ ਹੈ। ਜਿਨ੍ਹਾਂ ਨੇ ਸੇਵਾ ਕੀਤੀ ਹੈ ਨਾ, ਉਹ ਸੇਵਾ ਕਰਨ ਵਾਲਿਆਂ ਦਾ ਇਹ ਬਚਨ ਹੈ ਕਿ ਮਹਾਰਾਜ ਸਾਹਿਬ ਜੀ ਤੁਹਾਡੀ ਸੇਵਾ ਉਹੀ ਕਰਦਾ ਹੈ ਜਿਸ ਨੂੰ ਤੁਸੀਂ ਕਰਵਾਉਂਦੇ ਹੋ। ਭਾਈ ਧੰਨਾ ਜੀ ਨੇ ਕੀਤੀ ਹੈ। ਇੱਕ ਵਾਰੀ ਨਾ ਮਹਾਰਾਜ ਦੇ ਦਰਬਾਰ ਵਿੱਚ ਬੜਾ ਵੱਡਾ ਕਵੀ ਆ ਗਿਆ। ਬੜਾ ਹੰਕਾਰ ਉਹਦੇ ਮਨ ਵਿੱਚ ਵੀ ਮੇਰੇ ਵਰਗਾ ਵਿਦਵਾਨ ਕੋਈ ਨਹੀਂ ਹੈ। ਮਹਾਰਾਜ ਨੂੰ ਕਹਿਣ ਲੱਗਾ, ਸਤਿਗੁਰੂ ਕੋਈ ਹੈ ਵਿਦਵਾਨ ਜਾਂ ਤੁਸੀਂ ਉਹ ਤੇ ਲਿਆਓ, ਮੈਂ ਕਵਿਤਾ ਗਾਵਾਂਗਾ ਤੇ ਉਹਦਾ ਜਵਾਬ ਦਿਓ।
ਪਾਤਸ਼ਾਹ ਦਾ ਹੰਕਾਰ ਤੋੜਨ ਵਾਸਤੇ ਸਿੱਖ ਨੂੰ ਆਖਿਆ, ਕਹਿਣ ਲੱਗੇ ਸਾਡਾ ਸਿੱਖ ਘੋੜਿਆਂ ਨੂੰ ਘਾਹ ਪਾਉਂਦਾ ਪਿਆ, ਜਾ ਉਹਨੂੰ ਬੁਲਾ ਕੇ ਲਿਆ ਵੀ ਇੱਕ ਵਿਦਵਾਨ ਆਇਆ ਹੈ ਤੇ ਉਹਦੀ ਕਵਿਤਾ ਦਾ ਜਵਾਬ ਦੇਣਾ। ਉਹ ਜਿਹੜਾ ਵਿਦਵਾਨ ਆਇਆ ਸੀ ਨਾ, ਉਹਨੂੰ ਬੜਾ ਗੁੱਸਾ ਚੜਿਆ ਵੀ ਮੈਂ ਐਡਾ ਵੱਡਾ ਵਿਦਵਾਨ, ਇਹ ਘੋੜਿਆਂ ਨੂੰ ਘਾਹ ਪਾਉਣੇ ਨਾਲ ਮੈਨੂੰ ਮੁਕਾਬਲਾ ਕਰਾਉਣ ਲੱਗੇ ਨੇ, ਮੇਰੀ ਤੇ ਬੇਇੱਜ਼ਤੀ ਹੋ ਗਈ ਇਸ ਗੱਲ ਵਿੱਚ। ਉਹਨੇ ਕਵਿਤਾ ਉਚਾਰੀ ਹੈ, ਭਾਈ ਧੰਨਾ ਜੀ ਨੇ ਉਹਦਾ ਜਵਾਬ ਦਿੱਤਾ। ਫਿਰ ਭਾਈ ਧੰਨਾ ਜੀ ਕਹਿਣ ਲੱਗੇ ਕਿ ਮੈਂ ਵੀ ਉਚਾਰਦਾ ਹਾਂ ਕਵਿਤਾ, ਹੁਣ ਤੂੰ ਜਵਾਬ ਦੇ। ਸਾਰੇ ਹੈਰਾਨ ਹੋ ਗਏ, ਉਹ ਕਵੀ ਵੀ ਹੈਰਾਨ ਹੋ ਗਿਆ ਵੀ ਕੱਪੜੇ ਨੇ ਮੈਲੇ ਕੁਚੈਲੇ ਪਾਏ ਨੇ, ਮਿੱਟੀ ਕੱਪੜਿਆਂ ਨੂੰ ਲੱਗੀ ਹੈ, ਸਰੀਰ ਦੇ ਕੱਪੜਿਆਂ ਵਿੱਚ ਕਿਤੇ ਘਾਹ ਦੇ ਤੀਲੇ ਵੀ ਫਸੇ ਹੋਏ, ਵੀ ਇਹ ਵੀ ਕਵੀ ਹੋ ਸਕਦਾ। ਕਹਿਣ ਲੱਗਾ ਚਲੋ ਜੀ ਤੁਸੀਂ ਵੀ ਕਵਿਤਾ ਉਚਾਰੋ। ਜਦੋਂ ਕਵਿਤਾ ਉਚਾਰੀ ਨਾ ਭਾਈ ਧੰਨਾ ਜੀ ਨੇ, ਬਿਲਕੁਲ ਸੌਖੀ ਕਵਿਤਾ ਉਚਾਰੀ ਹੈ, ਤੇ ਵੱਡੇ ਵਿਦਵਾਨ ਨੂੰ ਉਸ ਕਵਿਤਾ ਦੇ ਅਰਥ ਕਰਨੇ ਨਾ ਆਏ। ਉਹਨਾਂ ਨੇ ਕਵਿਤਾ ਇਹ ਲਿਖੀ ਸੀ ਵੀ ਜਿਹੜੀ ਮੱਛੀ ਹੈ ਨਾ, ਉਹ ਪਾਣੀ ਦੇ ਪਰਸਿਆਂ ਮਰ ਜਾਂਦੀ ਹੈ, ਪਰ ਜੇ ਅੱਗ ਵਿੱਚ ਰੱਖੀਏ ਤੇ ਮਰਦੀ ਨਹੀਂ ਹੈ। ਹੈਰਾਨ ਹੋ ਗਿਆ ਕਵੀ ਵੀ ਇਹ ਕਿਵੇਂ ਹੋ ਸਕਦਾ ਵੀ ਪਾਣੀ ਵਿੱਚ ਸਗੋਂ ਮੱਛੀ ਬਚਦੀ ਹੈ, ਇਹ ਕਹਿੰਦਾ ਪਿਆ ਵੀ ਪਾਣੀ ਵਿੱਚ ਮਰ ਜਾਂਦੀ ਹੈ, ਤੇ ਅੱਗ ਤੇ ਮਰਦੀ ਹੈ ਤੇ ਕਹਿੰਦਾ ਵੀ ਅੱਗ ਵਿੱਚ ਬਚ ਜਾਂਦੀ ਹੈ। ਇਸ ਤਰ੍ਹਾਂ ਦੀਆਂ ਉਹਨਾਂ ਨੇ 4-5 ਪੰਕਤੀਆਂ ਲਿਖੀਆਂ। ਕਹਿਣ ਲੱਗਾ ਨਹੀਂ, ਮੈਨੂੰ ਨਹੀਂ ਇਹਦੇ ਅਰਥ ਆਏ। ਜਦੋਂ ਵਿਦਵਾਨ ਨੇ ਆਖਿਆ ਨਾ ਅਰਥ ਨਹੀਂ ਆਏ, 10ਵੇਂ ਪਾਤਸ਼ਾਹ ਕਹਿਣ ਲੱਗੇ ਭਾਈ ਧੰਨਿਆ ਤੂੰ ਹੀ ਇਹਦੇ ਅਰਥ ਕਰਕੇ ਦੱਸ। ਕਹਿਣ ਲੱਗਾ ਮਹਾਰਾਜ ਇਹਦੇ ਅਰਥ ਕੀ ਕਰਨੇ ਨੇ, ਮੇਰੀ ਤੇ ਸਿੱਧੀ ਜੀ ਕਵਿਤਾ ਹੈ, ਮੈਂ ਇੱਕ ਵਿੱਚ ਨੰਨਾ ਅੱਖਰ ਪਾ ਦਿੱਤਾ ਹੈ, ਇਹ ਨੰਨੇ ਅੱਖਰ ਦਾ ਭੁਲੇਖਾ ਹੀ ਨਹੀਂ ਬਾਹਰ ਕੱਢ ਸਕਿਆ। ਜੇ ਨੰਨੇ ਅੱਖਰ ਨੂੰ ਦੂਜੇ ਪਾਸੇ ਲਾ ਦਿੰਦਾ ਤੇ ਫਿਰ ਇਹ ਬਣ ਜਾਣਾ ਸੀ ਵੀ ਮੱਛੀ ਜਿਹੜੀ ਉਹ ਪਾਣੀ ਵਿੱਚ ਜਿਉਂਦੀ ਰਹਿੰਦੀ ਹੈ, ਅੱਗ ਵਿੱਚ ਮਰ ਜਾਂਦੀ ਹੈ। ਫਰਕ ਤੇ ਸਿਰਫ ਇੰਨਾ ਕੋਈ ਹੈ, ਕਵਿਤਾ ਪੜ੍ਹਨ ਲੱਗਿਆਂ ਵਿੱਚ ਨੰਨਾ ਅੱਖਰ ਪਾ ਦਿੱਤਾ ਸੀ, ਉਹਦਾ ਭੁਲੇਖਾ ਹੀ ਨਹੀਂ ਦੂਰ ਹੋ ਸਕਿਆ। ਵੱਡੇ ਵਿਦਵਾਨ ਤੋਂ ਉਹਦੇ ਅਰਥ ਨਹੀਂ ਹੋਏ। ਮਹਾਰਾਜ ਕਹਿੰਦੇ ਬਚਨੇ ਆ, ਤੇਰੀ ਸੇਵਾ ਸੋ ਕਰ ਜਿਸ ਨੂੰ ਲਹਿ ਤੂੰ ਲਾਈ। ਤੇਰੀ ਸੇਵਾ ਉਹ ਕਰਦਾ ਜਿਹਦੇ ਤੋਂ ਤੁਸੀਂ ਕਰਾਉਂਦੇ ਹੋ। ਬਿਨ ਸੇਵਾ ਕਿਨੇ ਨਾ ਪਾਇਆ, ਸੇਵਾ ਤੋਂ ਬਿਨਾਂ ਕਿਸੇ ਨੇ ਪਰਮਾਤਮਾ ਨੂੰ ਨਹੀਂ ਪਾਇਆ ਹੈ। ਸੋ ਕਿਉ ਮਨਹੁ ਵਿਸਾਰੀਐ। ਦੂਜਾ ਭਰਮ ਭੁਲਾਈ, ਦੁਨੀਆ ਦੇ ਲੋਕ ਭਰਮ ਦੇ ਵਿੱਚ ਪਏ ਹੋਏ ਭੁੱਲੇ ਫਿਰਦੇ। ਪਾਤਸ਼ਾਹ ਕਹਿਣ ਲੱਗੇ ਸੋ ਕਿਉ ਮਨਹੁ ਵਿਸਾਰੀਐ, ਉਸ ਪਰਮਾਤਮਾ ਨੂੰ ਕਿਉਂ ਭਾਈ ਆਪਣੇ ਮਨ ਤੋਂ ਭੁਲਾਉਣਾ ਕਰੀਏ। ਨਿਤ ਦੇਵੈ ਚੜੈ ਸਵਾਇਆ। ਕਿਉਂਕਿ ਉਹ ਪਰਮਾਤਮਾ ਰੋਜ਼ ਹੀ ਸਾਨੂੰ ਪਦਾਰਥ ਦਿੰਦਾ ਹੈ ਨਾ, ਜੋ ਕੱਲ੍ਹ ਦਿੱਤਾ ਹੈ ਨਾ ਉਹ ਅੱਜ ਵੱਧ ਕੇ ਦਿੱਤਾ ਹੈ, ਜੋ ਅੱਜ ਦਿੱਤਾ ਹੈ ਉਹ ਕੱਲ੍ਹ ਨੂੰ ਹੋਰ ਵੱਧ ਕੇ ਦੇਵੇਗਾ। ਉਹ ਸਵਾਏ ਤੋਂ ਸਵਾਇਆ ਦਿੰਦਾ ਹੈ। ਜਦੋਂ ਅਸੀਂ ਆਪਣੇ ਘਰ ਤੋਂ ਚੱਲੇ, ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ, ਆਪਣੀ ਪਿਛਲੀ ਜ਼ਿੰਦਗੀ ਵਿੱਚ ਨਿਗਾਹ ਮਾਰ ਕੇ ਵੇਖੀਏ ਸਾਡੇ ਕੋਲ ਕੀ ਸੀ। ਜਿਵੇਂ ਜਿਵੇਂ ਜ਼ਿੰਦਗੀ ਅੱਗੇ ਤੁਰੀ ਹੈ ਉਵੇਂ ਉਵੇਂ ਪਦਾਰਥ ਵੀ ਤੇ ਸਾਨੂੰ ਮਿਲੇ ਨਾ, ਸੁੱਖ ਵੀ ਤੇ ਮਿਲ ਗਿਆ ਨਾ। ਉਹ ਪਰਮਾਤਮਾ ਦਿਨੋਂ ਦਿਨ ਦਿੰਦਾ ਹੈ, ਸਵਾਏ ਤੋਂ ਸਵਾਇਆ, ਬਹੁਤੇ ਤੋਂ ਬਹੁਤਾ ਦਿੰਦਾ ਹੈ। ਮਹਾਰਾਜ ਕਹਿਣ ਲੱਗੇ ਨਿਤ ਦੇਵੈ ਚੜ੍ਹੈ ਸਵਾਇਆ। ਸਵਾਇਆ ਕਹੀਏ ਬਹੁਤਾ, ਬਹੁਤਾ ਉਹ ਦਿਨੋਂ ਪ੍ਰਤੀ ਦਿਨ ਦਾਨ ਬਖਸ਼ਿਸ਼ ਕਰਦਾ ਹੈ। ਜਿਉ ਪਿੰਡ ਸਭ ਤਿਸ ਦਾ। ਇਹ ਜਿਹੜਾ ਪਿੰਡ ਸਰੀਰ ਹੈ ਨਾ ਪਰਮਾਤਮਾ ਦਾ, ਉਹਨੇ ਸਾਨੂੰ ਦਿੱਤਾ ਹੈ। ਇਹ ਸਰੀਰ ਦੀ ਸਾਡੇ ਕੋਲ ਕੋਈ ਬੁਨਿਆਦ, ਕੋਈ ਕਾਗਜ਼ ਪੱਤਰ ਨਹੀਂ ਹੈ। ਜ਼ਮੀਨ ਦਾ ਟੁਕੜਾ ਕੋਈ ਲਵੇ ਤੇ ਕਾਗਜ਼ ਕਰਵਾਉਂਦਾ ਹੈ, ਸਰੀਰ ਸਾਨੂੰ ਮਿਲਿਆ ਇਹਦਾ ਕੋਈ ਕਾਗਜ਼ ਨਹੀਂ ਹੈ। ਕੋਈ ਪਤਾ ਨਹੀਂ ਇਹਨੇ ਕਦੋਂ ਕਿੱਥੇ ਢੇਰੀ ਹੋ ਜਾਣਾ, ਕਿਉਂਕਿ ਪਰਮਾਤਮਾ ਨੇ ਸਾਨੂੰ ਫ੍ਰੀ ਵਿੱਚ ਦਿੱਤਾ, ਇਹਦਾ ਕੋਈ ਮੁੱਲ ਨਹੀਂ ਲਿਆ। ਤੇ ਜਿਹੜੀ ਵਸਤੂ ਫ੍ਰੀ ਵਿੱਚ ਮਿਲੇ ਨਾ, ਫਿਰ ਜਿੰਨਾ ਚਿਰ ਮਿਲ ਗਈ ਹੈ ਲਾਭ ਹੀ ਲਾਭ ਹੈ, ਆਪਾਂ ਕਿਹੜਾ ਉਹਦਾ ਮੁੱਲ ਉਤਾਰ ਕੇ ਲਿਆਂਦਾ। ਇਹ ਸਰੀਰ ਪਰਮਾਤਮਾ ਨੇ ਦਿੱਤਾ। ਇਹ ਸਰੀਰ ਦੇ ਵਿੱਚ ਜਿਹੜੀ ਆਤਮਾ ਹੈ ਉਹ ਵੀ ਪਰਮਾਤਮਾ ਨੇ ਪਾਈ ਹੈ। ਜੀਓ ਪਿੰਡ ਸਭ ਤਿਸ ਦਾ, ਇਹ ਸਾਰਾ ਕੁਝ ਉਹ ਪਰਮਾਤਮਾ ਦਾ ਦਿੱਤਾ ਹੈ। ਸਾਹੋ ਤਿਨ ਵਿੱਚ ਪਾਇਆ। ਤੇ ਸਾਹ ਵੀ ਉਹਨੇ ਹੀ ਪਾਏ, ਜਿਹੜੇ ਸਾਡੇ ਅੰਦਰ ਸਾਹ ਚੱਲਦੇ ਪਏ ਨਾ, ਅੰਦਰ ਬਾਹਰ ਸਾਹਾਂ ਦੀ ਇਹ ਜਿਹੜੀ ਬਨੌਟ ਬਣਾਈ ਹੈ ਵੀ ਪਰਮਾਤਮਾ ਨੇ, ਜਿੰਨੇ ਉਹਨੇ ਲਿਖੇ ਉਨੇ ਹੀ ਸਾਹ ਆਉਣੇ ਨੇ। ਇਹ ਸਾਹ ਵੀ ਉਸ ਪਰਮਾਤਮਾ ਨੇ ਪਾਉਣਾ ਕੀਤੇ ਹਨ। ਜਾ ਕਿਰਪਾ ਕਰੇ ਤਾਂ ਸੇਵੀਐ। ਜੇ ਉਹ ਕਿਰਪਾ ਕਰੇ ਤੇ ਭਾਈ ਸੇਵਾ ਉਹਦੀ ਤਾਂ ਹੁੰਦੀ ਹੈ, ਉਹਦੀ ਕਿਰਪਾ ਬਿਨਾ ਉਹਨੂੰ ਸੇਵਿਆ ਨਹੀਂ ਜਾ ਸਕਦਾ ਹੈ। ਸੇਵਾ ਉਹ ਕਰਦਾ ਜਿਹਦੇ ਤੇ ਕਿਰਪਾ ਹੁੰਦੀ ਹੈ। ਸੇਵ ਸੱਚ ਸਮਾਇਆ। ਤੇ ਜਿਨ੍ਹਾਂ ਨੇ ਉਹਦੀ ਸੇਵਾ ਕੀਤੀ ਹੈ ਫਿਰ ਉਹਦੇ ਵਿੱਚ ਹੀ ਸਮਾ ਗਏ, ਉਹਦਾ ਰੂਪ ਹੀ ਹੋ ਗਿਆ। ਹਰ ਹਰ ਜਨ ਦੋਈ ਏਕ ਹੈ, ਰੱਬ ਦਾ ਭਗਤ ਤੇ ਰੱਬ ਇੱਕੋ ਰੂਪ ਹੋ ਜਾਂਦੇ, ਐਸੀ ਦਾਤ ਮਿਲਦੀ ਹੈ। ਲਾਲਾ ਸੋ ਜੀਵਤ ਮਰੈ। ਗੁਰਮੁਖੋ ਦਾਸ ਉਹ ਹੈ ਜਿਹੜਾ ਜੀਵਤ ਭਾਵ ਤੋਂ ਮਰੇ, ਭਾਵ ਕਿ ਹੰਕਾਰ ਛੱਡ ਦੇਵੇ। ਇਹ ਨਾ ਇੱਕ ਪਾਸੇ ਆਖੇ ਮੈਂ ਦਾਸ ਹਾਂ, ਦੂਜੇ ਪਾਸੇ ਮਾਨ ਵੀ ਚੁੱਕਿਆ ਹੋਇਆ, ਹੰਕਾਰ ਵੀ ਚੁੱਕਿਆ। ਨਹੀਂ, ਦੋ ਗੱਲਾਂ ਇਕੱਠੀਆਂ ਨਹੀਂ ਹੋ ਸਕਦੀਆਂ। ਜੇ ਦਾਸ ਬਣਨਾ ਹੈ ਫਿਰ ਹੰਕਾਰ ਛੱਡਣਾ ਪਵੇਗਾ।
ਪਾਤਸ਼ਾਹ ਕਹਿਣ ਲੱਗੇ ਲਾਲਾ ਸੋ ਜੀਵਤ ਮਰੈ। ਲਾਲਾ ਦਾਸ ਉਹਨੂੰ ਕਿਹਾ ਹੈ ਜਿਹੜਾ ਜੀਵਤ ਭਾਵ ਤੋਂ ਆਪਣੇ ਆਪ ਨੂੰ ਮਾਰ ਲਵੇ, ਹੰਕਾਰ ਨੂੰ ਛੱਡ ਦੇਵੇ, ਮੁਰਦੇ ਦੇ ਤੁੱਲ ਹੋ ਜਾਵੇ, ਸੁੱਖ ਦੁੱਖ ਵਿੱਚ ਬਰਾਬਰ ਰਵੇ, ਉਸ ਨੂੰ ਦਾਸ ਕਿਹਾ ਜਾਂਦਾ ਹੈ। ਮਰ ਵਿੱਚੋਂ ਆਪ ਗਵਾਏ। ਤੇ ਪਾਤਸ਼ਾਹ ਕਹਿਣ ਲੱਗੇ ਆਪਣੇ ਵਿੱਚੋਂ ਹਉਮੈ ਨੂੰ ਮਾਰ ਲਵੇ, ਆਪਾ ਭਾਵ ਗਵਾ ਲਵੇ, ਮੈਂ ਕੁਝ ਨਹੀਂ ਹਾਂ, ਹਉਮੈ ਨੂੰ ਮਾਰ ਕੇ ਇਸ ਤਰ੍ਹਾਂ ਦੂਰ ਕਰਨਾ ਕਰੇ। ਬੰਧਨ ਟੁੱਟ ਹੈ ਮੁਕਤ ਹੋਏ। ਗੁਰਮੁਖੋ ਬਚਨ ਇਹ ਹੈ, ਸਾਡਾ ਵੀ ਇਹ ਸਾਰਿਆਂ ਦਾ ਸਵਾਲ ਹੈ ਵੀ ਮੇਰੇ ਜੰਮਣ ਮਰਨ ਦੇ ਬੰਧਨ ਕਦੋਂ ਟੁੱਟਣਗੇ ਤੇ ਮੈਂ ਮੁਕਤ ਕਦੋਂ ਹੋਵਾਂਗਾ, ਜਾਂ ਮੁਕਤ ਹੋਵਾਂਗਾ ਜਾਂ ਨਹੀਂ ਹੋਵਾਂਗਾ, ਇਹ ਸਾਡਾ ਇੱਕ ਸਵਾਲ ਹੈ। ਤੇ ਮਹਾਰਾਜ ਫਰਮਾਉਂਦੇ ਹਨ, ਤ੍ਰਿਸ਼ਨਾ ਅਗਨ ਬੁਝਾਈ। ਗੁਰਮੁਖੋ ਜਿਹਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝ ਗਈ ਨਾ, ਉਹ ਬੰਦਾ ਮੁਕਤ ਹੋ ਸਕਦਾ ਹੈ। ਸਾਡਾ ਸਵਾਲ ਇਹ ਹੈ ਵੀ ਮੈਂ ਮੁਕਤ ਹੋਵਾਂਗਾ ਕਿ ਨਹੀਂ ਹੋਵਾਂਗਾ। ਜੇ ਤੇ ਤ੍ਰਿਸ਼ਨਾ ਦੀ ਅੱਗ ਬੁਝ ਗਈ ਹੈ, ਵੀ ਤ੍ਰਿਸ਼ਨਾ ਰਹਿ ਹੀ ਕੋਈ ਨਹੀਂ ਗਈ ਹੈ, ਫਿਰ ਸਮਝੋ ਵੀ ਮੁਕਤੀ ਦੇ ਨੇੜੇ ਹੁੰਦੇ ਪਏ। ਜੇ ਅਜੇ ਵੀ ਤ੍ਰਿਸ਼ਨਾ ਨਾ ਵੀ ਆਹ ਵੀ ਮਿਲ ਜਾਵੇ, ਆਹ ਵੀ ਬਣਾ ਲਵਾਂ, ਫਿਰ ਸਮਝੋ ਮੁਕਤੀ ਤੋਂ ਦੂਰ ਹਾਂ। ਪਾਤਸ਼ਾਹ ਕਹਿਣ ਲੱਗੇ ਤ੍ਰਿਸ਼ਨਾ ਅਗਨ ਬੁਝਾਏ। ਜਿਨ੍ਹਾਂ ਦੀ ਤ੍ਰਿਸ਼ਨਾ ਦੀ ਅੱਗ ਬੁਝ ਗਈ, ਅੱਗ ਕਦੇ ਰੱਜਦੀ ਨਹੀਂ ਹੈ, ਅੱਗ ਵਿੱਚ ਜਿੰਨੀਆਂ ਮਰਜ਼ੀ ਲੱਕੜਾਂ ਪਾਈ ਚੱਲੋ। ਜੇ ਕੋਈ ਬੰਦਾ ਇਹ ਗੱਲ ਕਵੇ ਨਾ ਵੀ ਮੈਂ ਸਾਰਾ ਜੰਗਲ ਵੱਢ ਕੇ ਅੱਗ ਵਿੱਚ ਪਾ ਦਿਆਂਗਾ ਤੇ ਅੱਗ ਰੱਜ ਜਾਵੇਗੀ, ਨਹੀਂ, ਜੰਗਲ ਭਾਵੇਂ ਸਾਰੇ ਹੀ ਪਾ ਦਿੱਤੇ, ਅੱਗ ਕਦੇ ਰੱਜਦੀ ਨਹੀਂ ਹੈ। ਜਿਹੜੀ ਤ੍ਰਿਸ਼ਨਾ ਹੈ ਇਹ ਵੀ ਉਹੀ ਅੱਗ ਹੈ, ਤ੍ਰਿਸ਼ਨਾ ਵੀ ਕਦੇ ਰੱਜਦੀ ਨਹੀਂ। ਲੱਖਾਂ ਤੋਂ ਕਰੋੜ ਮਿਲ ਜਾਣ, ਕਰੋੜਾਂ ਤੋਂ ਅਰਬ ਖਰਬ ਮਿਲ ਜਾਣ, ਕੋਈ ਰੱਜਿਆ ਨਹੀਂ। ਆਪਾਂ ਇੱਕ ਸਾਖੀ ਸਰਵਣ ਕਰਦੇ ਨਾ, ਮਹਾਤਮਾ ਨੇ ਕਿਸੇ ਨੂੰ ਮੋਮਬੱਤੀਆਂ ਦੇ ਦਿੱਤੀਆਂ ਵੀ ਇੱਕ ਜਗਾਈ ਤੇ ਧਨ ਮਿਲੇਗਾ, ਦੂਜੀ ਜਗਾਈ ਤੇ ਹੋਰ ਮਿਲੇਗਾ, ਤੀਜੀ ਜਗਾਵੇਂਗਾ ਤੇ ਹੋਰ ਮਿਲੇਗਾ, ਪਰ ਚੌਥੀ ਨਾ ਜਗਾਈ। ਤੇ ਪਹਿਲੀ ਗੱਲ ਵੀ ਇੱਕ ਤੋਂ ਬਾਅਦ ਦੂਜੀ ਜਗਾਈ ਨਾ, ਇੱਕ ਨਾਲ ਹੀ ਤੇਰਾ ਘਰ ਭਰ ਜਾਣਾ। ਉਹਨੇ ਆਖਿਆ ਵੀ ਇਹ ਠੀਕ ਗੱਲ ਹੈ, ਇੱਕ ਬੱਤੀ ਜਗਾਈ ਹੈ, ਧਨ ਮਿਲਿਆ ਪਰ ਰੱਜ ਨਹੀਂ ਨਾ ਆਇਆ। ਕਹਿਣ ਲੱਗਾ ਹੁਣ ਦੂਜੀ ਵੀ ਜਗਾ ਕੇ ਵੇਖਾਂ। ਦੂਜੀ ਜਗਾਈ ਹੈ, ਹੋਰ ਧਨ ਮਿਲਿਆ, ਅਜੇ ਵੀ ਰੱਜ ਨਹੀਂ ਆਇਆ। ਕਹਿੰਦਾ ਹੁਣ ਤੀਜੀ ਵੀ ਜਗਾ ਕੇ ਵੇਖਾਂ, ਹੋਰ ਧਨ ਮਿਲਿਆ, ਰੱਜ ਅਜੇ ਵੀ ਨਹੀਂ ਆਇਆ ਹੈ, ਪਰ ਚੌਥੀ ਵੀ ਜਗਾ ਕੇ ਬਹਿ ਗਿਆ ਤੇ ਜਾ ਕੇ ਆਪ ਹੀ ਫਸ ਗਿਆ। ਮਹਾਰਾਜ ਕਹਿੰਦੇ ਬਚਨ ਇਹ ਆ ਵੀ ਤ੍ਰਿਸ਼ਨਾ ਦੀ ਅੱਗ ਜਿਹੜੀ ਹੈ ਇਹ ਵੀ ਨਹੀਂ ਬੰਦਾ ਰੱਜਦਾ, ਇਹਦੇ ਨਾਲ ਵੀ ਨਹੀਂ। ਜਿੰਨੇ ਮਰਜ਼ੀ ਪਦਾਰਥ ਆ ਜਾਣ, ਭੁੱਖ ਨਹੀਂ ਮਿਟਦੀ ਹੈ। ਜਿੰਨਾ ਚਿਰ ਭੁੱਖ ਨਹੀਂ ਮਿਟਦੀ ਉਹਨਾਂ ਚਿਰ ਮੁਕਤੀ ਦੀ ਦਾਤ ਵੀ ਨਹੀਂ ਮਿਲਦੀ ਹੈ। ਸਭ ਮਹਿ ਨਾਮ ਨਿਧਾਨ ਹੈ। ਇਹ ਸਾਰਿਆਂ ਦੇ ਵਿੱਚ ਨਾਮ ਨਿਧਾਨ ਖਜ਼ਾਨਾ, ਨਾਮ ਸਾਰਿਆਂ ਦੇ ਅੰਦਰ ਹੀ ਹੈ, ਪਰ ਪ੍ਰਾਪਤ ਉਹਨੂੰ ਹੋਇਆ, ਪ੍ਰਗਟ ਉਹਨੂੰ ਹੋਇਆ ਜਿਹਨੇ ਕਮਾਈ ਕੀਤੀ ਹੈ। ਜਿਵੇਂ ਧਰਤੀ ਦੇ ਥੱਲੇ ਪਾਣੀ ਹੈ ਨਾ, ਸਾਰੀ ਧਰਤੀ ਥੱਲੇ ਪਾਣੀ, ਕਿਤੇ ਡੂੰਘਾ ਹੈ ਕਿਤੇ ਉੱਪਰ ਹੈ, ਪਰ ਜੇ ਆਪਾਂ ਨਲਕਾ ਲਾਵਾਂਗੇ ਜਾਂ ਕੋਈ ਟਿਊਬਵੈੱਲ ਵਗੈਰਾ ਲਾਵਾਂਗੇ ਤਾਂ ਹੀ ਪਾਣੀ ਆਵੇਗਾ ਨਾ। ਨਾਮ ਸਾਡੇ ਅੰਦਰ ਹੀ ਹੈ, ਪਰਮਾਤਮਾ ਵੀ ਸਾਡੇ ਅੰਦਰ ਹੀ ਹੈ, ਪਰ ਉਹ ਪ੍ਰਗਟ ਤਾਂ ਹੁੰਦਾ ਜੇ ਅਸੀਂ ਮਿਹਨਤ ਕਰਾਂਗੇ। ਜੇ ਬਾਹਰੋਂ ਜਪਣ ਲੱਗਾਂਗੇ ਤਾਂ ਜਾ ਕੇ ਅੰਦਰ ਦੀਆਂ ਤਾਰਾਂ ਜੁੜਦੀਆਂ। ਪਾਤਸ਼ਾਹ ਕਹਿਣ ਲੱਗੇ ਨਾਮ ਦਾ ਨਿਧਾਨ ਖਜ਼ਾਨਾ ਤੇਰੇ ਅੰਦਰ ਹੈ। ਗੁਰਮੁਖ ਕੋ ਪਾਏ। ਤੇ ਗੁਰਮੁਖ ਜਿਹੜੇ ਨੇ ਫਿਰ ਇਸ ਨਾਮ ਦੇ ਖਜ਼ਾਨੇ ਨੂੰ ਜਪ ਜਪ ਕੇ ਪ੍ਰਗਟ ਕਰ ਲੈਂਦੇ ਹਨ। ਲਾਲੇ ਵਿੱਚ ਗੁਣ ਕਿਛ ਨਹੀਂ। ਮਹਾਰਾਜ ਜੀ ਕਹਿਣ ਲੱਗੇ ਜਿਹੜਾ ਲਾਲਾ ਦਾਸ ਹੈ ਨਾ, ਬੇਨਤੀ ਇਸ ਤਰ੍ਹਾਂ ਕਰ ਵੀ ਮਹਾਰਾਜ ਮੇਰੇ ਵਿੱਚ ਗੁਣ ਹੀ ਕੋਈ ਨਹੀਂ ਹੈ। ਵੈਸੇ ਦੁਨੀਆ ਦੇ ਵਿੱਚ ਲੋਕ ਆਪਣੇ ਗੁਣਾਂ ਦਾ ਹੀ ਪ੍ਰਦਰਸ਼ਨ ਕਰਦੇ। ਜਦੋਂ ਕੋਈ ਮਰ ਜਾਂਦਾ ਨਾ ਫਿਰ ਹੋਰ ਉਹਦੇ ਗੁਣ ਗਾਏ ਜਾਂਦੇ, ਇਹਨੇ ਆਹ ਵੀ ਕੰਮ ਕੀਤਾ, ਇਹਨੇ ਆਹ ਵੀ ਕੰਮ ਕਰਵਾਇਆ। ਮਰਿਆਂ ਵੀ ਗੁਣਾਂ ਦੀਆਂ ਸਿਫਤਾਂ ਤੇ ਜਿਉਂਦਿਆਂ ਵੀ ਗੁਣਾਂ ਦੀਆਂ ਸਿਫਤਾਂ। ਕਦੇ ਇਹ ਨਹੀਂ ਇਹਨੇ ਆਖਿਆ ਵੀ ਮੇਰੇ ਵਿੱਚ ਔਗਣ ਵੀ ਨੇ। ਮਹਾਰਾਜ ਕਹਿਣ ਲੱਗੇ ਭਾਈ ਲਾਲੇ ਵਿੱਚ ਗੁਣ ਕੇਸ਼ ਨਹੀਂ। ਨਿਮਰਤਾ ਇੰਨੀ ਹੋਵੇ ਵੀ ਤੂੰ ਇਹ ਗੱਲ ਕਵੇਂ ਵੀ ਮੇਰੇ ਵਿੱਚ ਗੁਣ ਹੀ ਕੋਈ ਨਹੀਂ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਅਵਗੁਣ ਹਮਾਰੇ। ਇਹ ਤੇਰੇ ਵਿੱਚ ਬਚਨ ਹੋਣਾ ਚਾਹੀਦਾ ਹੈ ਕਿ ਮਹਾਰਾਜ ਮੇਰੇ ਵਿੱਚ ਔਗਣ ਹਨ। ਲਾਲਾ ਅਵਗਣਿਆਰ। ਮਹਾਰਾਜ ਮੈਂ ਤੁਹਾਡਾ ਸੇਵਕ ਤਾਂ ਹਾਂ, ਪਰ ਹਾਂ ਔਗਣਾਂ ਦਾ ਭਰਿਆ ਹੋਇਆ, ਮੈਨੂੰ ਮਾਫ ਕਰ ਦੇਣਾ ਕਰੋ। ਤੁਧ ਜੇਵੜ ਦਾਤਾ ਕੋ ਨਹੀਂ। ਮਹਾਰਾਜ ਤੁਹਾਡੇ ਵਰਗਾ ਦਾਤਾ ਕੋਈ ਹੈ ਨਹੀਂ, ਦਾਤ ਦੇਣ ਵਾਲਾ। ਆਪ ਵੱਡੇ ਦਾਤੇ ਹੋ, ਵੱਡਾ ਦਾਤਾ ਤਿਲ ਨਾ ਤਮਾਏ, ਐਸੇ ਆਪ ਵੱਡੇ ਦਾਤੇ ਹੋ। ਤੂੰ ਬਖਸ਼ਣਹਾਰ। ਆਪ ਜੀ ਸਾਰਿਆਂ ਨੂੰ ਬਖਸ਼ਣ ਵਾਲੇ ਹੋ, ਮਾਫ ਕਰ ਦੇਣ ਵਾਲੇ ਹੋ। ਤੁਸੀਂ ਦਾਤੇ ਐਡੇ ਵੱਡੇ ਹੋ ਵੀ ਜਿਹੜਾ ਤੁਹਾਡੀ ਸ਼ਰਨ ਵਿੱਚ ਆਉਂਦਾ ਹੈ ਉਹਦੇ ਸਾਰੇ ਔਗਣ ਆਪ ਮਾਫ ਕਰ ਦਿੰਦੇ ਹੋ। ਤੇਰਾ ਹੁਕਮ ਲਾਲਾ ਮੰਨੇ। ਮਹਾਰਾਜ ਤੁਹਾਡਾ ਹੁਕਮ ਤੁਹਾਡਾ ਦਾਸ ਹੀ ਮੰਨ ਸਕਦਾ ਹੈ। ਦਾਸ ਬਣੇ ਬਿਨਾਂ ਹੁਕਮ ਵੀ ਨਹੀਂ ਮੰਨਿਆ ਜਾਂਦਾ।
ਆਪਾਂ ਕਹਿ ਜ਼ਰੂਰ ਦਿੰਦੇ ਹਾਂ ਕਿ ਮੈਂ ਦਾਸ ਹਾਂ, ਪਰ ਹੁਕਮ ਮੰਨਣਾ ਬੜਾ ਔਖਾ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਪਏ ਨਾ ਵੀ ਥੜੇ ਸਹੀ ਨਹੀਂ ਬਣੇ, ਦੁਬਾਰਾ ਬਣਾਓ। ਫਿਰ ਬਣਾਏ, ਫਿਰ ਸਹੀ ਨਹੀਂ ਬਣੇ, ਦੁਬਾਰਾ ਬਣਾਓ। 5-7 ਵਾਰੀ ਆਖਿਆ ਦੁਬਾਰਾ ਬਣਾਓ। ਤੇ ਭਾਈ ਰਾਮਾ ਜੀ ਨੇ ਕਹਿ ਹੀ ਦਿੱਤਾ, ਮਹਾਰਾਜ ਆਪ ਬੁੱਢੇ ਹੋ ਗਏ, ਤੁਹਾਨੂੰ ਚੇਤਾ ਹੀ ਨਹੀਂ ਵੀ ਤੁਸੀਂ ਕਹਿ ਕੇ ਕੀ ਜਾਂਦੇ। ਤੇ ਭਾਈ ਬਚਨ ਜਿਹੜਾ ਹੈ ਗੁਰੂ ਰਾਮਦਾਸ ਨੇ ਆਖਿਆ, ਮਹਾਰਾਜ ਅਸੀਂ ਭੁੱਲ ਗਏ ਹਾਂ। ਬਚਨ ਇਹ ਹੈ ਵੀ ਦਾਸ ਬਣੇ ਬਿਨਾ, ਸੇਵਕ ਬਣੇ ਬਿਨਾ ਹੁਕਮ ਨਹੀਂ ਮੰਨਿਆ ਜਾਂਦਾ। ਹੁਕਮ ਗੁਰੂ ਰਾਮਦਾਸ ਪਾਤਸ਼ਾਹ ਨੇ ਮੰਨਿਆ, ਤਾਂ ਹੀ ਬਚਨ ਆਖਿਆ ਨਾ, ਬੈਠਾ ਸੋਢੀ ਪਾਤਸ਼ਾਹ। ਫਿਰ ਤਖਤ 'ਤੇ ਵੀ ਤੇ ਉਹ ਹੀ ਬੈਠੇ ਨਾ ਜਿਨ੍ਹਾਂ ਨੇ ਹੁਕਮ ਮੰਨਿਆ ਹੈ। ਇਸ ਤਰ੍ਹਾਂ ਤੇਰੇ ਦਾਸ ਤੇਰੇ ਹੁਕਮ ਮੰਨਦੇ ਹਨ। ਇਹ ਕਰਨੀ ਸਾਰ, ਇਹੋ ਹੀ ਸਾਰਿਆਂ ਤੋਂ ਸ੍ਰੇਸ਼ਟ ਕਰਨੀ ਹੈ ਮਹਾਰਾਜ। ਇਹੋ ਹੀ ਸਭ ਤੋਂ ਚੰਗਾ ਕੰਮ ਹੈ ਜਿਹੜਾ ਹੁਕਮ ਮੰਨਣਾ ਹੈ। ਗੁਰਸਾਗਰ ਅੰਮ੍ਰਿਤਸਰ, ਗੁਰੂ ਪਾਤਸ਼ਾਹ ਜਿਹੜੇ ਨੇ ਸਾਗਰ ਸਮੁੰਦਰ ਨੇ। ਜਿਵੇਂ ਸਮੁੰਦਰ ਵਿੱਚੋਂ ਹੀਰੇ ਮਿਲਦੇ ਨਾ ਗੁਰਮੁਖੋ, ਗੁਰੂ ਦੇ ਵਿੱਚੋਂ ਨਾਮ ਰੂਪੀ ਹੀਰਾ ਮਿਲਦਾ। ਨਾਮ ਰੂਪੀ ਮੋਤੀ ਗੁਰੂ ਰੂਪੀ ਸਮੁੰਦਰ ਵਿੱਚੋਂ ਪ੍ਰਾਪਤ ਹੁੰਦੇ ਹਨ। ਜੋ ਇੱਛੇ ਸੋ ਫਲ ਪਾਏ, ਫਿਰ ਜਿਹੜੀ ਇੱਛਾ ਰੱਖੇਗਾ ਉਹੀ ਫਲ ਗੁਰੂ ਕੋਲੋਂ। ਜਿਤੜੇ ਫਲ ਮਨ ਬਾਚੀਐ ਤਿਤੜੇ ਸਤਿਗੁਰ ਪਾਸ। ਜਿੰਨੇ ਵੀ ਫਲ ਚਾਹੁੰਦਾ ਨਾ ਸਾਚੇ ਸਾਹਿਬਾ, ਕਿਆ ਨਾਹੀ ਘਰ ਤੇਰੇ ਇਹੋ ਜਿਹਾ ਫਲ ਨਹੀਂ, ਵਸਤੂ ਨਹੀਂ। ਗੁਰੂ ਕੋਲੋਂ ਮੰਗੇ ਤੇ ਮਿਲੇ ਨਾ, ਸਾਰੇ ਪਦਾਰਥਾਂ ਦੇ ਉਹ ਮਾਲਕ ਹਨ। ਨਾਮ ਪਦਾਰਥ ਅਮਰ ਹੈ, ਪਰਮਾਤਮਾ ਦਾ ਜਿਹੜਾ ਨਾਮ ਹੈ ਨਾ ਗੁਰਮੁਖੋ, ਇਹ ਅਮਰ ਹੈ। ਮੌਤ ਤੋਂ ਰਹਿਤ ਕਰ ਦਿੰਦਾ, ਅਮਰ ਕਰ ਦਿੰਦਾ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ। ਕੋਈ ਵਿਰਲਾ ਜਿੰਨੇ ਜਪਿਆ, ਪਰ ਜਿੰਨੇ ਜਪਿਆ ਨਾ ਨਾਮ ਉਸ ਦਾ ਉਸ ਨੂੰ ਅਮਰ ਕਰ ਦਿੰਦਾ ਹੈ। ਹਿਰਦੈ ਮਨ ਵਸਾਈ, ਤੇ ਫਿਰ ਉਹਨਾਂ ਗੁਰਮੁਖਾਂ ਨੇ ਹਿਰਦੇ ਵਿੱਚ ਮਨ ਕਹੀਏ ਮੰਨਨ ਕੀਤਾ। ਜਿਨ੍ਹਾਂ ਨੇ ਮੰਨਨ ਕਰ ਲਿਆ ਨਾ ਨਾਮ ਦਾ, ਮੰਨ ਲਿਆ ਤੇ ਕਮਾਈ ਕਰਦੇ ਪਏ, ਉਹ ਗੁਰਮੁਖ ਫਿਰ ਜਿਹੜੇ ਨੇ ਮੁਕਤ ਹੋ ਜਾਂਦੇ ਹਨ। ਗੁਰ ਸੇਵਾ ਸਦਾ ਸੁਖ ਹੈ, ਗੁਰੂ ਦੀ ਸੇਵਾ ਕਰਕੇ ਭਾਈ ਸਦਾ ਸੁਖ ਮਿਲਦਾ। ਕਦੇ ਨਹੀਂ ਹੋਵੇਗਾ ਵੀ ਮੈਂ ਸੇਵਾ ਕੀਤੀ ਹੈ ਮੇਰਾ ਨੁਕਸਾਨ ਹੋ ਗਿਆ। ਗੁਰੂ ਦੀ ਸੇਵਾ ਕਰਕੇ ਕਦੇ ਨੁਕਸਾਨ ਨਹੀਂ, ਸਗੋਂ ਹਮੇਸ਼ਾ ਸੁਖ ਦੀ ਦਾਤ ਪ੍ਰਾਪਤ ਹੁੰਦੀ ਹੈ। ਜਿਸਨੂੰ ਹੁਕਮ ਮਨਾਏ, ਪਰ ਸੇਵਾ ਵੀ ਉਹ ਕਰਦਾ ਗੁਰਮੁਖੋ ਜਿਹਨੂੰ ਆਪਣਾ ਹੁਕਮ ਮਨਾਵੇ। ਹੁਕਮ ਮੰਨੇ ਤੋਂ ਬਿਨਾਂ ਸੇਵਾ ਵੀ ਨਹੀਂ ਹੋ ਸਕਦੀ ਹੈ। ਸੋਇਨਾ ਰੂਪਾ ਸਭ ਧਾਤ ਹੈ, ਸੋਇਨਾ ਸੋਨੇ ਦੇ ਗਹਿਣੇ, ਰੂਪਾ ਕਹੀਏ ਚਾਂਦੀ, ਚਾਂਦੀ ਦੇ ਗਹਿਣੇ। ਭਾਵੇਂ ਚਾਂਦੀ ਦੇ ਗਹਿਣੇ ਹੋਣ, ਭਾਵੇਂ ਸੋਨੇ ਦੇ ਗਹਿਣੇ ਹੋਣ, ਮਹਾਰਾਜ ਫਰਮਾਉਂਦੇ ਹਨ ਮਾਟੀ ਰਲ ਜਾਈ। ਇਹ ਸਾਰੇ ਪਦਾਰਥ ਮਿੱਟੀ ਵਿੱਚ ਰਲ ਜਾਣ ਵਾਲੇ। ਸੋਨਾ ਵੀ ਇੱਕ ਦਿਨ ਮਿੱਟੀ ਵਿੱਚ ਰਲ ਕੇ ਮਿੱਟੀ ਹੋ ਜਾਣਾ। ਤੇ ਸੋਨਾ ਨਿਕਲਿਆ ਕਿੱਥੋਂ? ਮਿੱਟੀ ਵਿੱਚੋਂ ਹੀ ਨਿਕਲਿਆ ਨਾ। ਵੱਡੀਆਂ ਵੱਡੀਆਂ ਸੋਨੇ ਦੀਆਂ ਖਾਣਾਂ ਮਿੱਟੀ ਵਿੱਚੋਂ ਹੀ ਨਿਕਲੀਆਂ, ਮਿੱਟੀ ਇਹਨਾਂ ਨੇ ਹੋ ਜਾਣਾ। ਮਹਾਰਾਜ ਕਹਿਣ ਲੱਗੇ ਸੋਨਾ ਰੂਪਾ ਸਭ ਧਾਤ ਹੈ। ਇਹ ਸੋਨਾ ਤੇ ਚਾਂਦੀ ਇਹ ਜਿੰਨੀਆਂ ਵੀ ਧਾਤੂ ਹਨ ਮਿੱਟੀ ਵਿੱਚ ਰਲ ਜਾਣ ਵਾਲੀਆਂ, ਇੱਕ ਦਿਨ ਨਸ਼ਟ ਹੋ ਜਾਣੀਆਂ ਹਨ। ਬਿਨ ਨਾਵੈ ਨਾਲ ਨਾ ਚੱਲਈ, ਨਾਮ ਜਪੇ ਤੋਂ ਬਿਨਾ, ਨਾਮ ਦੀ ਕਮਾਈ ਤੋਂ ਬਿਨਾ ਤੇਰੇ ਨਾਲ ਕੁਝ ਨਹੀਂ ਜਾਣਾ। ਸੋਨਾ ਚਾਂਦੀ ਮਿੱਟੀ ਹੋ ਜਾਣਾ, ਪਰ ਤੇਰੇ ਨਾਲ ਜਾਵੇਗਾ ਜਪਿਆ ਹੋਇਆ ਨਾਮ, ਜਿਨ੍ਹਾਂ ਨੇ ਜਪਿਆ ਹੈ। ਸਤਿਗੁਰ ਬੂਝ ਬੁਝਾਈ, ਪਰ ਨਾਮ ਗੁਰਮੁਖੋ ਉਹਨਾਂ ਨੇ ਜਪਿਆ ਜਿਨ੍ਹਾਂ ਨੂੰ ਗੁਰੂ ਨੇ ਪੂਰੀ ਬੂਝ ਬੁਝਾ ਦੇ ਸੋਝੀ ਦੇ ਦਿੱਤੀ ਹੈ। ਜਿਨ੍ਹਾਂ ਨੂੰ ਸਮਝ ਆ ਗਈ ਹੈ ਉਹ ਨਾਮ ਜਪਦੇ ਹਨ। ਨਾਨਕ ਨਾਮ ਰਤੇ ਸੇ ਨਿਰਮਲੇ, ਪਾਤਸ਼ਾਹ ਕਹਿਣ ਲੱਗੇ ਜਿਹੜੇ ਨਾਮ ਦੇ ਵਿੱਚ ਰੰਗੇ ਗਏ ਉਹ ਨਿਰਮਲੇ, ਮੈਲ ਤੋਂ ਰਹਿਤ ਹੋ ਗਏ। ਨਿਰਮਲ, ਮਲ ਜਿਹੜੀ ਮੈਲ ਹੈ ਉਹਦੇ ਤੋਂ ਨਿਰੇ ਹੋ ਗਏ, ਖਾਲੀ ਹੋ ਗਏ। ਨਾਨਕ ਨਾਮ ਰਤੇ ਸੇ ਨਿਰਮਲੇ, ਨਿਰਮਲਾ ਉਹ ਹੈ ਜਿਹੜਾ ਨਾਮ ਦੇ ਵਿੱਚ ਰੰਗਿਆ ਗਿਆ, ਉਹ ਫਿਰ ਮੈਲ ਤੋਂ ਰਹਿਤ ਹੋ ਜਾਂਦਾ ਹੈ। ਸਾਚੈ ਰਹੇ ਸਮਾਈ, ਤੇ ਸੱਚੇ ਪ੍ਰਮਾਤਮਾ ਵਿੱਚ ਉਹ ਫਿਰ ਸਮਾ ਜਾਂਦੇ, ਸਦਾ ਵਾਸਤੇ ਲੀਨ ਹੋ ਜਾਂਦੇ ਗੁਰਮੁਖ ਜਿਹੜੇ ਨਾਮ ਦੇ ਵਿੱਚ ਰੰਗੇ ਗਏ। ਇਸ ਕਰਕੇ ਮਹਾਰਾਜ ਦੇ ਅੱਗੇ ਬੇਨਤੀ ਕਰੀਏ, ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ। ਇਹ ਗੋਬਿੰਦ ਪਰਮਾਤਮਾ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰੋ। ਮੈਂ ਵੀ ਨਾਮ ਦੇ ਵਿੱਚ ਰੰਗਿਆ ਜਾਵਾਂ ਤਾਂ ਕਿ ਮੇਰੀ ਮੁਕਤੀ ਹੋ ਜਾਵੇ, ਮੈਂ ਵੀ ਬਖਸ਼ਿਆ ਜਾਵਾਂ। ਇਹ ਸਤਿਗੁਰਾਂ ਨੇ ਸਾਨੂੰ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ। ਵਿਚਾਰ ਕਰਦਿਆਂ ਭੁੱਲ ਚੁੱਕ ਦੀ ਮੁਆਫੀ ਗੁਰੂ ਕਿਰਪਾ ਕਰੇ। ਜੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।